ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care. JB ट्रक रिपेयर, यूपा सिटी, सर्टिफाइड क्यूमिंस, डेट्रॉइट फ्रेटलाइनर, वेस्टर्न स्टार, वॉल्वो, कैटरपिलर ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸਮਾਧਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਤੁਹਾਨੂੰ ਯਾਦ ਹੋਏਗਾ ਪਿਛਲੇ ਸਾਲ ਲਗਭਗ 1.25 ਸਾਲ ਦੀ ਗੱਲ ਕਰ ਲਈਏ ਤਾਂ ਮੈਂ ਹਰਜੀਤ ਦੇ ਨੇਮ ਪਲੇਟਾਂ ਪੁਲਿਸ ਵਾਲਿਆਂ ਨੇ ਲਾਈਆਂ ਸੀ। ਤੇ ਹੁਣ ਕਹਿੰਦੇ ਡਾਕਟਰਾਂ ਨੇ ਨਾਅਰੇ ਲਾਏ ਹੈ ਐਤਕੀ, ਕਹਿੰਦੇ ਮੈਂ ਗੁਰਮੇਲ। ਇਹ ਕਿਉਂ ਹੋਇਆ ਸਾਰਾ ਕੁਝ? ਦੇਖੋ, ਹਰਜੀਤ ਇੱਕ ਪੰਜਾਬ ਪੁਲਿਸ ਦਾ ਥਾਣੇਦਾਰ ਸੀ। ਹਾਂ। ਕੋਰੋਨਾ ਦੀ ਵਜ੍ਹਾ ਕਾਰਨ ਪਟਿਆਲੇ ਦੀ ਜਿਹੜੀ ਸਬਜ਼ੀ ਮੰਡੀ ਹੈ ਉਹਦੇ ਵਿੱਚ ਬੰਦਸ਼ਾਂ ਲੱਗੀਆਂ ਸੀ ਕਿ ਬੰਦਿਆਂ ਨੂੰ ਜਿਹੜਾ ਹੈਗਾ ਚੈੱਕ ਕਰਕੇ ਜਾਣ ਦਿਓ ਜੀ। ਉਹਨਾਂ ਦੇ ਮਾਸਕ ਵਗੈਰਾ ਪਾਏ ਹੋਣ, ਕੋਈ ਧੱਕੇ ਨਾਲ ਨਾ ਬੜੇ, ਕੋਈ ਮਤਲਬ ਇਸ ਕਿਸਮ ਦੀ ਲਾਗ ਨਾ ਲੱਗਦੀ। ਨਿਹੰਗ ਸਿੰਘਾਂ ਦਾ ਇੱਕ ਟੋਲਾ ਇੱਕ ਆਪਣੀ ਗੱਡੀ ਦੇ ਵਿੱਚ ਆਇਆ ਜੀ। ਥਾਣੇਦਾਰ ਨੇ ਰੋਕਣਾ ਚਾਹਿਆ ਤੇ ਇੱਕੋ ਟੱਕ ਦੇ ਨਾਲ ਉਹਦਾ ਜਿਹੜਾ ਹੱਥ ਆ ਵੱਢ ਕੇ ਪਾਸੇ ਮਾਰਿਆ ਸੀ ਜੀ। ਸਮੇਂ ਸਿਰ ਉਹਨੂੰ ਚੁੱਕ ਲਿਆ, ਚੁੱਕ ਕੇ PGI ਲੈ ਗਏ। ਥਾਣੇਦਾਰ ਸੀ, ਸਾਰਾ ਸ਼ਾਸਨ ਪ੍ਰਸ਼ਾਸਨ ਮਗਰ ਸੀ, ਮੁੱਖ ਮੰਤਰੀ ਪਿੱਛੇ ਸੀ, DGP ਪਿੱਛੇ ਸੀ, PGI ਦੇ ਅਧਿਕਾਰੀਆਂ ਨੇ ਜੀ ਬੜੀ ਹਿੰਮਤ ਕਰਕੇ ਤੇ ਉਹਦਾ ਜਿਹੜਾ ਹੱਥ ਹੈ ਉਹ ਨਾਲ ਜੋੜਤਾ ਸੀ। ਉਦੋਂ ਬਹੁਤ ਸਾਰੇ ਲੋਕਾਂ ਨੇ ਕਿੰਤੂ ਪ੍ਰੰਤੂ ਵੀ ਕੀਤਾ ਸੀ ਕਿ ਪੁਲਿਸ ਵਾਲਿਆਂ ਪ੍ਰਤੀ ਇੰਨੀ ਹਮਦਰਦੀ ਕਿਉਂ? ਜੀ। ਕਿਉਂਕਿ ਸਾਰੇ ਪੁਲਿਸ ਵਾਲਿਆਂ ਨੇ ਮੈਂ ਹਰਜੀਤ ਦੇ ਬੈਜ ਰਾਲੇ ਸੀ, ਨੇਮ ਪਲੇਟਾਂ ਲਾ ਲਈਆਂ ਸੀ। ਜੀ।
ਔਰ ਉਹਨਾਂ ਨੇ ਪੁਲਿਸ ਵਾਲਿਆਂ ਦੀ ਗੱਲ ਵੀ ਕੀਤੀ ਕਿ ਪੁਲਿਸ ਵਾਲੇ ਵੀ ਲੋਕਾਂ ਨਾਲ ਧੱਕਾ ਕਰਦੇ। ਖੈਰ ਉਹ ਬੰਦਾ ਬਚ ਗਿਆ, ਚੰਗਾ ਹੋਇਆ। ਅੱਜ ਵੀ ਉਹ ਨੌਕਰੀ ਕਰ ਰਿਹਾ, ਉਹਦੇ ਬੇਟੇ ਨੂੰ ਵੀ ਨੌਕਰੀ ਦੇਤੀ ਸੀ ਜੀ। ਲੇਕਿਨ ਦਾਨੇਵਾਲੀਆ ਸਾਹਿਬ ਕੱਲ ਬਹੁਤ ਇੰਪੋਰਟੈਂਟ ਡੇ ਸੀ। ਕੱਲ ਡਾਕਟਰਸ ਡੇ ਸੀ ਜੀ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡਾਕਟਰਾਂ ਨੂੰ ਵਧਾਈ ਵੀ ਦਿੱਤੀ ਡਾਕਟਰ ਡੇ ਦੀ, ਤੇ ਧੰਨਵਾਦ ਵੀ ਕੀਤਾ ਉਹਨਾਂ ਦਾ। ਉਹਨਾਂ ਦੀ ਸ਼ਲਾਘਾ ਵੀ ਕੀਤੀ ਕਿ ਡਾਕਟਰ ਜਿਹੜੇ ਹੈ ਉਹ ਲੋਕਾਂ ਨੂੰ ਬਚਾਉਣ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਜੀ। ਤੇ ਜੇ ਅਸੀਂ ਕੋਵਿਡ-19 ਦੇ ਦੌਰਾਨ ਦੇਖੀਏ, ਮੇਰੇ ਖਿਆਲ ਮੁਤਾਬਕ ਲਗਭਗ 2000 ਡਾਕਟਰ ਹੈ ਜਿਹੜੇ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਜੀ। ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ। ਖੈਰ ਕਈ ਵਾਰੀ ਜਦੋਂ ਆਪਾਂ ਕੰਮ ਕਰਦੇ ਹਾਂ, ਕਰਦੇ ਕੰਮ ਦੇ ਵਿੱਚੋਂ ਗੁਸਤਾਖੀ ਵੀ ਹੋ ਜਾਂਦੀ ਹੈ। ਡਾਕਟਰਾਂ ਤੋਂ ਵੀ ਕਈ ਥਾਵਾਂ ਦੇ ਉੱਤੇ ਕੀਤੀ, ਉਹਨਾਂ ਦੀ ਕੁੱਟ ਕਟਾਪਾ ਵੀ ਹੁੰਦਾ ਹੈ, ਪਰ ਕੁੱਟ ਕਟਾਪੇ ਦੇ ਬਾਵਜੂਦ ਉਹ ਪ੍ਰੋਟੈਸਟ ਵੀ ਕਰਦੇ ਆ, ਫਿਰ ਵੀ ਉਹ ਆਪਣੀ ਸੇਵਾ 'ਚ ਲੱਗ ਜਾਂਦੇ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਮਦਰ ਟਰੇਸਾ ਦੇਖਦੇ ਹਾਂ, ਫਲੋਰੈਂਸ ਨਾਈਟਿੰਗੇਲ ਦੇਖਦੇ ਹਾਂ, ਇਹ ਸਾਰੇ ਲੋਕ ਉਹ ਹੈ ਜਿਹੜੇ ਮਨੁੱਖਤਾ ਨੂੰ ਸਮਰਪਿਤ ਹੈ, ਮਨੁੱਖਤਾ ਦੀ ਸੇਵਾ ਕਰਦੇ ਜੀ। ਲੇਕਿਨ ਡਾਕਟਰਸ ਡੇ ਦੇ ਉੱਤੇ ਕੱਲ ਇੱਕ ਤੋਹਫਾ ਦਿੱਤਾ ਪੰਜਾਬ ਦੇ ਡਾਕਟਰ ਭਾਈਚਾਰੇ ਨੂੰ, ਤੇ ਤੋਹਫਾ ਕਿਸੇ ਨੇ ਹੋਰ ਨਹੀਂ ਦਿੱਤਾ, ਪੰਜਾਬ ਦੇ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਦਿੱਤਾ। ਅੱਛਾ ਜੀ। ਪਹਿਲਾ ਤੋਹਫਾ ਤਾਂ ਉਹਨਾਂ ਨੇ ਦਿੱਤਾ ਸੀ ਜਦੋਂ ਆ ਤੁਹਾਡਾ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਹੈ, ਤੇ 6ਵੇਂ ਪੇ ਕਮਿਸ਼ਨ ਦੇ ਰਾਹੀਂ ਮੇਰਾ ਖਿਆਲ ਪੰਜਾਬ ਦੇ ਮੁਲਾਜ਼ਮਾਂ ਦਾ ਕੋਈ ਵਰਗ ਵੀ ਉਹ ਤੋਂ ਸੰਤੁਸ਼ਟ ਨਹੀਂ ਜੀ। ਸਾਰੇ ਉਹਦੇ ਤੇ ਪ੍ਰੋਟੈਸਟ ਕਰ ਰਹੇ ਆ। ਲੇਕਿਨ ਡਾਕਟਰਾਂ ਦਾ ਜਿਹੜਾ ਪ੍ਰੋਟੈਸਟ ਆ ਉਹ ਇਸ ਕਰਕੇ ਹੈ ਕਿ ਉਹਨਾਂ ਦਾ ਨਾਨ ਪ੍ਰੈਕਟਿਸ ਅਲਾਊਂਸ ਜਿਹੜਾ ਉਹ ਬੰਦ ਕਰਤਾ ਸੀ। ਇਹਨੂੰ ਲੈ ਕੇ ਡਾਕਟਰ ਪ੍ਰੋਟੈਸਟ ਕਰ ਰਹੇ। ਭਾਰਤ ਦੇ ਸੰਵਿਧਾਨ ਦੇ ਵਿੱਚ ਤੁਹਾਨੂੰ ਇਹ ਹੱਕ ਦਿੱਤਾ ਵੈ ਜੀ। ਇਹ ਲੋਕਤੰਤਰ ਜਿਹੜਾ ਹੈਗਾ, ਜਿਹੜਾ ਸਾਡਾ ਦੇਸ਼ ਆਜ਼ਾਦ ਹੋਇਆ, ਇਸ ਆਜ਼ਾਦੀ ਦੀ ਖਾਤਰ ਜਿਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਜੀ, ਉਹਨਾਂ ਕੁਰਬਾਨੀਆਂ ਦੇ ਵਿੱਚ ਗਦਰੀ ਬਾਬੇ ਵੀ ਆਉਂਦੇ ਹੈ, ਉਹਨਾਂ ਦੇ ਵਿੱਚ ਬੱਬਰ ਅਕਾਲੀ ਵੀ ਆਉਂਦੇ ਹੈ, ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਵੀ ਆਉਂਦੇ, ਤੇ ਉਹਨਾਂ ਦੇ ਵਿੱਚ ਸ਼ਹੀਦਾਂ ਦੇ ਸ਼ਹੀਦ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਵੀ ਆਉਂਦੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਹਨਾਂ ਨੇ ਕਾਹਦੀ ਖਾਤਰ ਕੁਰਬਾਨ ਕੀਤੀਆਂ ਸੀ ਕਿ ਇਸ ਦੇਸ਼ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਆਜ਼ਾਦ ਕਰਵਾ ਕੇ ਇੱਥੇ ਲੋਕਤੰਤਰ ਜਿਹੜਾ ਹੈਗਾ ਲਾਗੂ ਕੀਤਾ ਜਾਵੇ, ਤੇ ਲੋਕਤੰਤਰ ਦੇ ਜ਼ਰੀਏ ਲੋਕ ਆਪਣੇ ਹਾਕਮ ਚੁਣਨ, ਹਾਕਮ ਲੋਕਾਂ ਨੂੰ ਜਵਾਬਦੇਹ ਹੋਣ ਜੀ। ਹੁਣ ਇੱਥੇ ਹਾਕਮ ਸਾਡੇ ਹੈਗੇ ਹੈ, ਹਾਕਮ ਲੋਕਾਂ ਨੂੰ ਜਵਾਬਦੇਹ ਹੋਣ, ਤਾਂ ਮੇਰੇ ਫਿਰ ਯਾਦ ਆ ਰਹੀ ਹੈ ਜਦੋਂ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਂ ਲਿਆ ਜੀ, ਤੇ ਮੇਰੇ ਨਾਲ ਦੀ ਨਾਲ ਹੀ ਖਟਕੜ ਕਲਾਂ ਦੀ ਧਰਤੀ ਯਾਦ ਆ ਗਈ। ਇਹ ਉਹੀ ਖਟਕੜ ਕਲਾਂ ਦੀ ਧਰਤੀ ਹੈ ਜਦੋਂ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਹੈ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਜੀ। ਉਸ ਵੇਲੇ ਇੱਕ ਬਹੁਤ ਵੱਡਾ ਇਕੱਠ ਕੀਤਾ ਸੀ ਖਟਕੜ ਕਲਾਂ ਦੀ ਧਰਤੀ ਤੇ ਉੱਥੇ ਮਿੱਟੀ ਚੁੱਕੀ ਸੀ ਕਿ ਖਟਕੜ ਕਲਾਂ ਦੀ ਧਰਤੀ ਦੀ ਮਿੱਟੀ ਚੁੱਕ ਕੇ ਮੈਂ ਕਸਮ ਖਾਨਾ ਕਿ ਮੈਂ ਲੋਕਾਂ ਨੂੰ ਠੀਕ ਪ੍ਰਸ਼ਾਸਨ ਦੇਵਾਂਗਾ। ਲੇਕਿਨ ਜਦੋਂ ਉਹਨਾਂ ਦਾ ਨਾਨ ਪ੍ਰੈਕਟਿਸਿੰਗ ਜਿਹੜਾ ਅਲਾਊਂਸ ਆ ਉਹ ਕੱਟਿਆ ਗਿਆ, ਤੇ ਡਾਕਟਰਾਂ ਨੇ ਪ੍ਰੋਟੈਸਟ ਕਰਨਾ ਸੀ। ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ, ਕੋਈ ਉਹਨਾਂ ਨੇ ਪਾਪ ਨਹੀਂ ਕੀਤਾ। ਭਾਰਤ ਦੇ ਸੰਵਿਧਾਨ ਨੇ, ਉਸ ਸੰਵਿਧਾਨ ਨੇ ਜਿਹਦੇ ਵਿੱਚ ਸ਼ਹੀਦਾਂ ਦੇ ਖੂਨ ਦੇ ਅੱਖਰ ਹੈ ਜੀ, ਉਸ ਸੰਵਿਧਾਨ ਨੇ ਅਧਿਕਾਰ ਦਿੱਤਾ ਕਿ ਤੁਸੀਂ ਲੋਕ ਭਾਈ ਪ੍ਰੋਟੈਸਟ ਕਰ ਸਕਦੇ ਹੋ, ਤੁਹਾਨੂੰ ਲੋਕਤੰਤਰ ਦੇ ਵਿੱਚ ਆਪਣਾ ਗੁੱਸਾ ਜ਼ਾਹਰ ਕਰਨ ਦਾ ਹੱਕ ਹੈ, ਬਸ਼ਰਤੇ ਕਿ ਤੁਸੀਂ ਵਾਇਲੈਂਟ ਨਾ ਹੋਵੋ ਜੀ। ਉਹ ਆਪਦਾ ਪ੍ਰੋਟੈਸਟ ਕਰ ਰਹੇ। ਡਾਕਟਰਾਂ ਨੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਕੰਮ ਬੰਦ ਕੀਤਾ ਹੋਇਆ, ਉਹ ਰੋਜ਼ ਪ੍ਰੋਟੈਸਟ ਕਰਦੇ ਹੈ। ਬਠਿੰਡੇ ਦੇ ਵਿੱਚ ਡਾਕਟਰਾਂ ਨੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ। ਅੱਛਾ ਜੀ। ਅਸੀਂ ਰੋਜ਼ ਹੀ ਅਰਥੀਆਂ ਸਾੜਦੇ ਹਾਂ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਮੇਰਾ ਖਿਆਲ ਹੈ ਵੀ ਨਰਿੰਦਰ ਮੋਦੀ ਨਾਲੋਂ ਸਖਤ ਪ੍ਰਧਾਨ ਮੰਤਰੀ ਤਾਂ ਕੋਈ ਨਹੀਂ ਹੋਣਾ। ਨਰਿੰਦਰ ਮੋਦੀ ਸਾਹਿਬ ਦੀਆਂ ਅਰਥੀਆਂ ਰੋਜ਼ ਕਿਸਾਨ ਸਾੜਦੇ ਹੈ। ਕੀ ਉਹਨਾਂ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਉਡਾ ਦਿੱਤਾ ਜਾਵੇ ਜੀ? ਕੀ ਉਹਨਾਂ ਕਿਸਾਨਾਂ ਨੂੰ ਜਿਹੜਾ ਹੈ ਖਤਮ ਕਰ ਦਿੱਤਾ ਜਾਵੇ? ਬਠਿੰਡੇ ਦੇ ਡਾਕਟਰਾਂ ਨੇ ਵੀ ਇਹੀ ਕੁਛ ਕੀਤਾ। ਉਹਨਾਂ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜਤਾ ਜੀ। ਇਕੱਲਾ ਪੁਤਲਾ ਨਹੀਂ ਸਾੜਿਆ, ਸਗੋਂ ਪੁਤਲਾ ਸਾੜਨ ਤੋਂ ਅਗਾਂਹ ਚਲੇ ਗਏ ਉਹ ਥੋੜੇ ਜਿਹੇ। ਉਹਨਾਂ ਨੇ ਜਾ ਕੇ ਬਕਾਇਦਾ ਮਤਲਬ ਅਰਥੀ ਚੁੱਕੀ, ਅਰਥੀ ਨੂੰ ਫੂਕਿਆ, ਅਰਥੀ ਫੂਕਣ ਤੋਂ ਬਾਅਦ ਬਕਾਇਦਾ ਅਸਥੀਆਂ ਚੁੱਕੀਆਂ। ਅਸਥੀਆਂ ਚੁਗਣ ਤੋਂ ਬਾਅਦ ਉਹ ਜਲ ਪ੍ਰਵਾਹ ਵੀ ਕੀਤੀਆਂ। ਅੱਛਾ ਜੀ। ਔਰ ਉਹ ਕਿਉਂਕਿ ਮੀਡੀਆ ਵਾਲੇ ਇਹ ਜਿਹੇ ਮਾਮਲੇ ਨੂੰ ਜਿਹੜਾ ਹੈਗਾ ਥੋੜਾ ਜਿਹਾ ਜ਼ਿਆਦਾ ਉਛਾਲਦੇ ਹੈ, ਇੰਟਰਸਟਿੰਗ ਮਾਮਲਾ ਬਣ ਜਾਂਦਾ ਹੈ। ਮੀਡੀਆ ਵਾਲੇ ਚਲੇ ਗਏ ਤੇ ਮੀਡੀਆ ਨੇ ਪੁੱਛਿਆ ਤੁਸੀਂ ਇਹ ਕੀ ਕਰਦੇ ਹੋ? ਡਾਕਟਰ ਗੁਰਮੇਲ ਜੀ, ਮੈਂ ਡਾਕਟਰ ਗੁਰਮੇਲ ਨੂੰ ਦਾਨੇਵਾਲੀਆ ਸਾਹਿਬ ਉਦੋਂ ਤੋਂ ਜਾਣਦਾ ਜਦੋਂ ਉਹ ਛੋਟਾ ਜਿਹਾ ਹੁੰਦਾ ਸੀ। ਅੱਛਾ ਜੀ। ਇਤਫਾਕੀਆ ਗੱਲ ਇਹ ਹੈ ਕਿ ਮੈਂ ਉਦੋਂ ਲੈਫਟ ਮੂਵਮੈਂਟ ਦੇ ਵਿੱਚ ਕੰਮ ਕਰਦਾ ਹੁੰਦਾ ਸੀ। ਗੱਲ 1979 ਦੀ ਹੈ। 1979 ਦੇ ਵਿੱਚ ਪੰਜਾਬ ਦੇ ਬੜਾ ਚਰਚਿਤ ਆਗੂ ਹੁੰਦਾ ਸੀ, ਹੁਣ ਇਸ ਦੁਨੀਆ 'ਚ ਨਹੀਂ ਰਿਹਾ, ਜਿਹਦਾ ਨਾਂ ਸੀ ਕਾਮਰੇਡ ਮੱਖਣ ਸਿੰਘ ਜੀ। ਮੱਖਣ ਸਿੰਘ ਨੇ ਆਪਦੀ ਜ਼ਿੰਦਗੀ ਦੀ ਪਹਿਲੀ ਇਲੈਕਸ਼ਨ ਲੜੀ ਸੀ, ਤੇ ਉਹ ਲੜੀ ਸੀ ਮਿਊਨਿਸਪਲ ਕਮੇਟੀ ਬਠਿੰਡਾ ਦੀ ਕੌਂਸਲ ਦੀ ਚੋਣ ਜੀ। ਉਹ ਮਿਊਨਿਸਪਲ ਕਾਉਂਸਲਰ ਦੀ ਜਿਹੜੀ ਉਹਨਾਂ ਨੇ ਚੋਣ ਲੜੀ, ਤੇ ਉਸ ਚੋਣ ਵੇਲੇ ਜਿਹੜਾ ਉਹ ਇਲਾਕਾ ਸੀ, ਉਸ ਇਲਾਕੇ ਦੇ ਵਿੱਚ ਮੈਂ ਵੀ ਕੰਮ ਕਰਦਾ ਸੀ। ਦਫ਼ਤਰ ਦੇ ਵਿੱਚ ਕਈ ਵਾਰੀ ਬੈਠੇ ਹੁੰਦੇ ਤੇ ਬੱਚੇ ਆ ਜਾਂਦੇ
ਆ ਬੈਜ ਦੇ ਜੋ ਜੀ, ਸਾਨੂੰ ਬੈਜ ਦੇ ਜੋ, ਉਹਨਾਂ ਨੂੰ ਬੈਜ ਦੇ ਦਿੰਦੇ ਤੇ ਉਹ ਜੇਬਾਂ ਤੇ ਲਾ ਕੇ ਤੁਰੇ ਫਿਰਦੇ। ਹੋਇਆ ਕਿ ਕਈ ਸਾਲ ਬੀਤ ਗਏ, ਕਈ ਸਾਲਾਂ ਬਾਅਦ ਮੈਨੂੰ ਇੱਕ ਵਾਰੀ ਜੇਲ੍ਹ 'ਚ ਕਿਸੇ ਦੀ ਮੁਲਾਕਾਤ ਕਰਨ ਵਾਸਤੇ ਜਾਣਾ ਪਿਆ ਜੀ। ਕੋਈ ਬੱਚੇ ਸੀਗੇ ਆਪਣੇ ਕਿਸੇ, ਉਹਨਾਂ ਤੋਂ ਵਾਰਦਾਤ ਹੋ ਗਈ, ਚਲੇ ਗਏ। ਉਹਨਾਂ ਮੁੰਡਿਆਂ ਨੇ ਉੱਥੋਂ ਅੰਦਰ ਕਹਿੰਦੇ ਜੀ ਬਾਕੀ ਗੱਲ ਤਾਂ ਸਾਰੀ ਠੀਕ ਹੈ, ਤੁਸੀਂ ਕਹਿ ਤੇ ਸਾਨੂੰ ਦਵਾਈ ਬੂਟੀ ਦੀ ਲੋੜ ਰਹਿੰਦੀ ਹੈ, ਡਾਕਟਰ ਨੂੰ ਕਹਿ ਦਿਓ ਜੀ। ਮੈਂ ਕਿਹਾ ਕਿ ਡਾਕਟਰ ਕੌਣ ਹੈ? ਕਹਿੰਦੇ ਜੀ ਡਾਕਟਰ ਗੁਰਮੇਲ ਹੈ, ਕੋਈ ਕੱਬਾ ਬੜਾ ਹੈ। ਅੱਛਾ ਜੀ। ਮੈਂ ਕਿਹਾ ਕੱਬਾ ਕਿਉਂ? ਕਹਿੰਦੇ ਪੈਸੇ ਨਹੀਂ ਲੈਂਦਾ ਉਹ। ਮੈਂ ਕਿਹਾ ਜੀ ਪੈਸੇ ਨਹੀਂ ਲੈਂਦਾ ਤਾਂ ਬੰਦਾ ਚੰਗਾ। ਕਹਿੰਦੇ ਪਤਾ ਨਹੀਂ ਕੀ ਗੱਲ ਹੈ। ਜਦੋਂ ਮੈਂ ਬਾਹਰ ਆ ਕੇ ਮੈਂ ਇੱਕ ਹੌਲਦਾਰ ਖੜਾ ਸੀ ਜੇਲ੍ਹ ਡਿਪਾਰਟਮੈਂਟ ਦਾ, ਮੈਨੂੰ ਕਿਹਾ ਮੈਂ ਡਾਕਟਰ ਗੁਰਮੇਲ ਨੂੰ ਮਿਲਣਾ। ਕਹਿੰਦਾ ਜੀ ਹੋ ਖੜਾ ਸਾਹਮਣੇ, ਜਿੱਥੇ ਉਹ ਹੈ ਨਾ ਪਰਖ ਦਫ਼ਤਰ ਬਣਿਆ ਉਹਦੇ ਸਾਹਮਣੇ ਕੋਠੀ ਸੀ। ਅੱਛਾ ਜੀ। ਹਾਂ, ਉੱਥੇ ਜੀ ਗੁਰਮੇਲ ਸਿੰਘ ਖੜੋਤਾ। ਤੇ ਮੈਂ ਆਇਆ, ਜਦੋਂ ਮੈਂ ਆ ਕੇ ਨੇੜੇ ਹੋਇਆ, ਮੈਂ ਡਾਕਟਰ ਸਾਹਿਬ, ਤੇ ਉਹ ਬੰਦੇ ਨੇ ਭੱਜ ਕੇ ਆ ਕੇ ਮੇਰੇ ਗੋਡੀ ਹੱਥ ਲਾਈ ਜੀ। ਮੈਂ ਹੈਰਾਨ, ਮੈਂ ਕਿਹਾ ਜੀ ਹੋਰ ਜੀ ਡਾਕਟਰ ਸਾਹਿਬ ਨਹੀਂ ਜੀ ਨੇ ਇਸ ਤਰ੍ਹਾਂ। ਮੈਨੂੰ ਕਹਿੰਦਾ ਤੁਸੀਂ ਮੈਨੂੰ ਪਛਾਣਿਆ ਨਹੀਂ? ਮੈਂ ਕਿਹਾ ਨਾ ਮੈਂ ਪਛਾਣਿਆ ਨਹੀਂ। ਕਹਿੰਦਾ ਮੈਂ ਉਹ ਜਿਹੜਾ ਤੁਹਾਥੋਂ ਬੈਜ ਮੰਗਦਾ ਹੁੰਦਾ ਸੀ। ਅੱਛਾ ਜੀ। ਜਦੋਂ ਮੱਖਣ ਸਿੰਘ ਖੜਾ ਹੋਇਆ ਸੀ ਸੰਗੂਆਣਾ ਬਸਤੀ 'ਚ। ਮੈਂ ਕਿਹਾ ਅੱਛਾ। ਤੇ ਮੈਂ ਕਿਹਾ ਤੂੰ ਸੀ ਕਾਕਾ ਜੀ? ਕਹਿੰਦੇ ਜੀ ਉਦੋਂ ਬਾਅਦ ਇਹਦਾ ਬਾਪ ਨਲਕੇ ਲਾਉਂਦਾ ਹੁੰਦਾ ਸੀ, ਗਰੀਬ ਘਰ ਦਾ ਮੁੰਡਾ। ਅੱਛਾ ਜੀ। ਪਿੰਡਾ ਘੰਡਾ ਬਿਨਾ। ਅੱਛਾ ਜੀ। ਕਹਿੰਦਾ ਮੇਰਾ ਬਾਪ ਨਲਕੇ ਲਾਉਂਦਾ ਸੀ, ਉਹਨੇ ਮੈਨੂੰ ਪੜ੍ਹਾਤਾ, ਪੜ੍ਹਾਉਣ ਤੋਂ ਬਾਅਦ MBBS ਦਾਖਲਾ ਮਿਲ ਗਿਆ ਤੇ ਮੈਂ ਇੱਧਰ ਨੂੰ ਚਲਾ ਗਿਆ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਹਨੂੰ ਸੰਗਤ ਨਸੀਬ ਹੋਈ ਡਾਕਟਰ ਧਰਮਵੀਰ ਗਾਂਧੀ ਜੀ, ਕਿਉਂਕਿ ਡਾਕਟਰ ਗਾਂਧੀ ਹੈ ਜਿਹੜੇ ਉਹ ਪੜ੍ਹਾਉਂਦੇ ਹੁੰਦੇ ਸੀ ਜੀ। ਉਹਨਾਂ ਤੋਂ ਪੜ੍ਹਦਾ ਹੁੰਦਾ ਸੀ, ਉਹਨਾਂ ਤੋਂ ਪੜ੍ਹਦਾ ਫਿਰ ਉਹ ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਪ੍ਰੋਗਰੈਸਿਵ ਲੋਕ ਸੀ, ਜੋਗਿੰਦਰ ਯਾਦਵ ਹੋਰੇ, ਇਹਨਾਂ ਦੇ ਸੰਪਰਕ ਦੇ ਵਿੱਚ ਆ ਗਿਆ। ਔਰ ਉਹ ਬੰਦੇ ਦੀ ਜਿਹੜੀ ਬੁਨਿਆਦ, ਜਿਹੜੀ ਇਹ ਮਾਨਸਿਕ ਜਿਹੜੀ ਸੋਚ ਹੈ, ਜਿਹੜੀ ਮਤਲਬ ਦੀ ਸਮਝ ਇਹ ਬਣ ਗਈ ਕਿ ਲੋਕਾਂ ਦੀ ਸੇਵਾ ਕਰਨੀ, ਆਪਣੇ ਹੱਕਾਂ ਦੀ ਖਾਤਰ ਲੜਨਾ। ਉਹ ਬੰਦੇ ਨੇ ਮਤਲਬ ਆਪਣੀ ਉਹ ਲੜਾਈ ਲੜਦਾ ਤੇ ਉਹਨਾਂ ਨੇ ਜਦੋਂ ਸਾਰਾ ਕੁਝ ਕਰਤਾ। ਤੇ ਸਾਡੇ ਫਿਰ ਜਿਹੜੇ ਹੈਗੇ ਆ ਮਨਪ੍ਰੀਤ ਸਿੰਘ ਬਾਦਲ, ਜਿਹੜੇ ਲੋਕਤੰਤਰ ਦੇ ਬਹੁਤ ਵੱਡੇ ਵਧਾਈ ਹੈ, ਸੰਵਿਧਾਨ ਦੇ ਬੜੇ ਹਵਾਲੇ ਦਿੰਦੇ ਹੁੰਦੇ, ਆਜ਼ਾਦੀ ਦੀਆਂ ਬੜੀਆਂ ਗੱਲਾਂ ਕਰਦੇ ਹੁੰਦੇ, ਇਹਨਾਂ ਦੀ ਸਿਫਾਰਿਸ਼ ਦੇ ਉੱਤੇ ਜੀ ਕੱਲ ਡਾਕਟਰ ਗੁਰਮੇਲ ਦੀ ਟ੍ਰਾਂਸਫਰ ਕਰਤੀ ਜੀ। ਔਰ ਟ੍ਰਾਂਸਫਰ ਕੀਤੀ ਕਿੱਥੋਂ ਦੀ? 5 ਕੋਸੀ ਦੀ। ਸੁਨੀਲ ਜਾਖੜ ਦੇ ਪਿੰਡ 5 ਕੋਸੀ ਦੀ ਕਰਤੀ। ਸਾਡੇ ਦਾਨੇ ਵਾਲੇ ਯੁੱਧ ਅੱਗੇ ਬਾਰਡਰ ਹੈ। ਹਾਂਜੀ। ਪਾਕਿਸਤਾਨ ਦੇ ਮਤਲਬ ਬਾਰਡਰ ਤੇ ਭੇਜਤਾ। ਕੱਲ ਜਦੋਂ ਮੀਡੀਆ ਵਾਲੇ ਆਪਣੇ ਲੜਕੇ ਗਏ ਉੱਥੇ, ਉਹਨਾਂ ਨੇ ਜਾ ਕੇ ਪੁੱਛਿਆ ਵੀ ਡਾਕਟਰ ਸਾਹਿਬ ਆ ਕੀ ਉਹਦੇ ਮੂੰਹੋਂ ਕੁਦਰਤੀ ਨਿਕਲ ਗਈ? ਕਹਿੰਦਾ ਕੀ ਫਰਕ ਪੈਂਦਾ? ਪਹਿਲਾਂ ਇੱਥੇ ਕੰਮ ਕਰਦੇ ਸੀ, 5 ਕੋਸੀ ਕਰ ਲਾਂਗੇ, ਇੱਥੇ ਹੁਣ ਤੁਸੀਂ ਖਬਰਾਂ ਬਣਾਉਨੇ ਆ, ਉੱਥੋਂ ਕਹਿੰਦਾ ਖਬਰਾਂ ਆਪਾਂ ਥੋੜਿਆਂ ਨੂੰ ਭੇਜਿਆ ਕਰਾਂਗੇ, ਕੰਮ ਤਾਂ ਇਹੀ ਕਰਨਾ, ਆਪਣੇ ਹੱਕਾਂ ਦੇ ਹਿੱਤਾਂ ਦੀ ਖਾਤਰ ਲੜਨਾ। ਤੇ ਮੈਂ ਚਲਾ ਜਾਊਂਗਾ, ਕਹਿੰਦਾ ਗੁਰਮੇਲ ਬਥੇਰੇ। ਜਦੋਂ ਉਹਨੇ ਗੁਰਮੇਲ ਬਥੇਰੇ ਕਿਹਾ ਤੇ ਕੱਲ ਸ਼ਾਮੀ ਫਿਰ ਤੁਸੀਂ ਇਹ ਦੇਖੋ ਕਿ ਪੰਜਾਬ ਭਰ ਦੇ ਡਾਕਟਰਾਂ ਨੇ ਜਿਹੜੀ ਹੈਗੀ ਹੈ ਡਿਜੀਟਲ ਮੀਡੀਆ ਦੇ ਰਾਹੀਂ ਇੱਕ ਦੂਜੇ ਦੇ ਨਾਲ ਸੰਪਰਕ ਕਰਕੇ ਫੈਸਲਾ ਕਰ ਲਿਆ ਕਿ ਅੱਜ ਮੁਕੰਮਲ ਤੌਰ ਤੇ ਕੰਮ ਬੰਦ ਕਰ ਦਿਓ, ਜਿਹੜੀ ਹੈ ਐਮਰਜੈਂਸੀ ਵੀ ਬੰਦ ਕਰ ਦਿਓ। ਅੱਛਾ ਜੀ। ਐਮਰਜੈਂਸੀ ਵੀ ਬੰਦ ਹੋ ਗਿਆ ਟੋਟਲ। ਇਹਦਾ ਮਤਲਬ ਵੀ ਸਿਹਤ ਵਿਭਾਗ ਲੜਖੜਾ ਗਿਆ ਪੂਰੀ ਤਰ੍ਹਾਂ। ਟੋਟਲ ਪੰਜਾਬ ਦਾ ਜਿਹੜਾ ਹੈਲਥ ਡਿਪਾਰਟਮੈਂਟ ਹੈ, ਉਸ ਹੈਲਥ ਡਿਪਾਰਟਮੈਂਟ ਨੇ ਪੂਰੀ ਤਰ੍ਹਾਂ ਕੰਮ ਬੰਦ ਕੀਤਾ ਹੋਇਆ। ਖੁਦ ਐਮਰਜੈਂਸੀ ਵੀ ਉਹਨਾਂ ਨੇ ਚਲਾ ਦੋ। ਉਹਨੇ ਐਮਰਜੈਂਸੀ ਚਲੇ ਕੇ ਕਹਿੰਦੇ ਅਸੀਂ ਕਰਨਾ ਕੀ ਆ? ਉਹ ਕਹਿੰਦੇ ਵੀ ਗੱਲ ਇੱਥੇ ਨਹੀਂ ਮੁੱਕਦੀ, ਜੇ ਇਹੀ ਸਥਿਤੀ ਰਹੀ ਤਾਂ ਅਸੀਂ ਸਮੂਹਿਕ ਤੌਰ ਤੇ ਅਸਤੀਫੇ ਵੀ ਦੇਵਾਂਗੇ। ਅੱਛਾ ਜੀ। ਹੁਣ ਧਾਨੀਵਾਲੀਆ ਸਾਹਿਬ, ਮੇਰੀ ਯਾਦ ਨਾਲ ਡਾਕਟਰ ਚੀਜ਼ ਕੀ ਹੁੰਦੀ ਹੈ? ਡਾਕਟਰਾਂ ਨੂੰ ਬਾਕੀ ਗੱਲ ਛੱਡ ਦਿਓ ਵੀ ਡਾਕਟਰ ਲੋਕਾਂ ਦੀ ਸੇਵਾ ਕਰਦੇ ਫਲਾਣਾ, ਕਹਿੰਦੇ ਡਾਕਟਰ ਦੇ ਵਿੱਚ ਬੜੀ ਪਾਵਰ ਹੁੰਦੀ ਹੈ ਜੀ। 2 ਘਟਨਾਵਾਂ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਦੇਖੀਆਂ। ਕਿਸੇ ਜ਼ਮਾਨੇ ਦੇ ਵਿੱਚ ਫਰੀਦਕੋਟ ਜ਼ਿਲ੍ਹਾ ਅੱਜ ਵਾਲਾ ਤੇ ਮਾਨਸਾ, ਇਹ ਬਠਿੰਡੇ ਦਾ ਹਿੱਸਾ ਹੁੰਦੇ ਸੀ ਜੀ। ਤੇ ਬਠਿੰਡਾ ਦਾ ਸਿਵਲ ਹਸਪਤਾਲ ਹੁੰਦਾ ਸੀ ਰੇਲਵੇ ਸਟੇਸ਼ਨ ਕੋਲ। ਬਿਲਕੁਲ, ਜਿੱਥੇ ਹੁਣ ਪਾਰਲ ਵਾਲਿਆਂ ਨੇ ਆਪਣਾ ਉਹ ਵੱਡੀ ਸਾਰੀ ਮਾਲ ਅਨਕੰਪਲੀਟ ਪਈ ਹੈ, ਅਨਕੰਪਲੀਟ ਜਿਹੜਾ ਢਾਂਚਾ ਖੜਾ ਕੀਤਾ। ਔਰ ਇਹਨਾਂ ਪਿੰਡਾਂ ਦੇ ਵਿੱਚ ਮੇਰੇ ਖਿਆਲ ਜੈਤੋ ਥਾਣੇ ਦੇ ਕਿਸੇ ਪਿੰਡ ਦੇ ਵਿੱਚ ਕੋਈ ਵਿਅਕਤੀ ਆਪਦੇ ਖੇਤੋਂ ਆਉਂਦਾ ਸੀ, ਦੁਸ਼ਮਣੀ ਸੀ ਤੇ ਉਹਦੇ ਗਲ ਦੇ ਵਿੱਚ ਪਾਈ ਹੋਈ ਸੀਗੀ, ਮੋਢੇ 'ਚ ਪਾਈ ਹੋਈ ਸੀ ਬੰਦੂਕ, ਕਹਿਰੀ ਨਾਲ ਬੰਦੂਕ ਖੜੋਤੀ ਸੀ। ਦੁਸ਼ਮਣ ਲੁਕਿਆ ਬੈਠਿਆ ਸੀ। ਜਦੋਂ ਦੁਸ਼ਮਣ ਨੇ ਦੇਖਿਆ ਵੀ ਆ ਗਿਆ ਤੇ ਦੁਸ਼ਮਣ ਨੇ ਜੀ ਉੱਠ ਕੇ ਤੇ ਉਹਦੇ ਨਾਲ ਪੇਟ ਦੇ ਵਿੱਚ ਸਿੱਧਾ ਵਰਸ਼ਾ ਮਾਰਿਆ। ਅੱਛਾ ਜੀ। ਵਰਸ਼ਾ ਪੇਟ ਨੂੰ ਪਾੜ ਕੇ ਤੇ ਬਾਹਰ ਨਿਕਲ ਗਿਆ। ਬੰਦਾ ਬੜਾ ਉਹ ਕਲਾਕਾਰ ਸੀ, ਉਹਨੇ ਨਾਲ ਦੀ ਨਾਲ ਹੀ ਮਤਲਬ ਜਰਵਾਣਾ ਵੀ ਸੀ ਨਾ ਜੀ, ਨਾ ਢਿੱਡ ਨਹੀਂ ਬਣਿਆ, ਉਹਨੇ ਐ ਵਰਸ਼ੇ ਨੂੰ ਜਿਹੜਾ ਹੈਗਾ ਆਪਣੇ ਹੱਥ ਨਾਲ ਫੜ ਲਿਆ ਜੀ ਕਿ ਉਹ ਖਿੱਚ ਨਾ ਸਕੇ। ਤੁਸੀਂ ਦੇਖਿਆ ਕਿ ਖਿੱਚਲੇ ਤਾਂ ਮਰ ਜਾਂਦਾ, ਜੇ ਖਿੱਚਦਾ ਮਿਲਦੇ ਕਿਉਂਕਿ ਉਹ ਅੰਦਰਾਂ ਨੂੰ ਵੱਢ ਦਿੰਦਾ, ਬਾਹਰ ਕੱਢ ਲੈਂਦਾ। ਉਹਨੇ ਨਾਲ ਦੀ ਨਾਲ ਹੀ ਮੋਢੇ ਤੋਂ ਆਪਣੀ ਬੰਦੂਕ ਲਾਈ, ਘੋੜਾ ਪੱਟਿਆ, ਸਿੰਗਲ ਬੋਰ ਬੰਦੂਕ ਸੀ ਤੇ ਉਹਨੇ ਠਾਦ ਨੇ ਮਾਰਿਆ ਫਾਇਰ, ਤੇ ਜਿਹਨੇ ਵਰਸ਼ਾ ਮਾਰਿਆ ਸੀ ਉਹ ਬੰਦਾ ਮਰ ਗਿਆ। ਉਹ ਮਰਨ ਤੋਂ ਬਾਅਦ ਬੰਦੇ ਨੇ ਉੱਥੋਂ ਆਪਣਾ ਪ੍ਰਬੰਧ ਕੀਤਾ, ਸਿਵਲ ਹਸਪੀਟਲ ਬਠਿੰਡੇ ਆ ਗਿਆ। ਬਠਿੰਡੇ ਆ ਕੇ ਉਹ ਐਡਮਿਟ ਹੋ ਗਿਆ। ਉਹਨਾਂ ਦਿਨਾਂ ਦੇ ਵਿੱਚ ਇੱਥੇ ਜਿਹੜੇ SMO ਲੱਗੇ ਹੋਏ ਸੀ, ਉਹਨਾਂ ਦਾ ਨਾਂ ਸੀ ਡਾਕਟਰ MS ਕੰਗ। ਹਾਂ, ਮਹਿੰਦਰ ਸਿੰਘ ਕੰਗ ਬਾਅਦ ਦੇ ਵਿੱਚ ਪੰਜਾਬ ਦਾ ਹੈਲਥ ਡਾਇਰੈਕਟਰ ਰਹੇ ਔਰ ਉਹ ਬੜੇ ਕਮਾਲ ਦਾ ਸਰਜਨ ਸੀ ਡਾਕਟਰ ਕੰਗ। ਉਹਨੇ ਡਾਕਟਰ ਕੰਗ ਨੇ ਆ ਕੇ ਉਹਦੀ ਜਾਨ ਬਚਾਈ, ਸਾਰਾ ਕੁਝ ਕੀਤਾ, ਸਾਰਾ ਬਚਾ ਕੇ ਜਾਨ ਵਿੱਚ ਚੱਲ ਵੀ ਠੀਕ ਹੈ। ਉਹ ਬੰਦਾ ਤੰਦਰੁਸਤ ਹੋ ਗਿਆ, ਜੇਲ੍ਹ ਚਲਾ ਗਿਆ। ਜਦੋਂ ਪਰਚਾ 302 ਦਾ ਹੋ ਗਿਆ, ਬੰਦਾ ਤੱਕ ਮਰਿਆ ਸੀ। ਕੇਸ ਜਿਹੜਾ ਹੈਗਾ ਇੱਥੇ ਬਠਿੰਡੇ ਹੀ ਹੁੰਦਾ ਸੀਗਾ, ਸੈਸ਼ਨ ਕੋਰਟ ਇੱਥੇ ਸੀ। ਕੇਸ ਲੱਗ ਗਿਆ। ਜਦੋਂ ਕੇਸ ਲੱਗ ਗਿਆ ਤੇ ਡਾਕਟਰ ਕੰਗ ਨੂੰ ਵੀ
ਮਤਲਬ ਜੇ ਉਹਨਾਂ ਨੇ ਸੱਦ ਰੱਖ ਲਿਆ। ਲਿਆ ਗਵਾਹੀ ਵਾਸਤੇ, ਉਹਨੇ ਆਉਣਾ ਹੀ ਸੀ। ਹੂੰ ਜਦੋਂ ਡਾਕਟਰ ਕੰਗ ਗਵਾਹੀ ਵਾਸਤੇ ਆਏ ਹੂੰ ਤੇ ਉਹਨਾਂ ਨੇ ਜੀ ਜਾ ਕੇ ਮਤਲਬ ਜਦੋਂ ਉਹ ਖੜੇ ਹੂੰ ਤੇ ਪੁੱਛਿਆ ਉਹਨਾਂ ਨੇ, ਕਹਿੰਦੇ ਹਾਂਜੀ ਤੁਸੀਂ? ਜੀ ਕਹਿੰਦਾ ਜੀ ਮੈਂ ਡਾਕਟਰ ਹਾਂ। ਹੂੰ ਤੇ ਸੈਸ਼ਨ ਜੱਜ ਜਿਹੜੇ ਸੀਗੇ ਉਹ ਆਪੇ ਤੋਂ ਬਾਹਰ ਹੋ ਗਏ। ਜੀ ਉਹ ਕਹਿੰਦੇ ਤੁਸੀਂ ਲੈ ਕੇ ਪੈਸੇ ਤੇ ਗਲਤ ਮੈਡੀਕਲ ਬਣਾ ਦਿੰਦੇ ਹੋ, ਹੂੰ ਬੰਦਾ ਮਾਰਤਾ, ਲੈ ਕੇ ਪੈਸੇ ਬਣਾਤਾ ਵੀ ਇਹਦੇ ਢਿੱਡ 'ਚ ਵਰਸ਼ਾ ਮਾਰਤਾ। ਜੇ ਢਿੱਡ 'ਚ ਇਹਦੇ ਵਰਸ਼ਾ ਵੱਜਿਆ ਹੁੰਦਾ ਬੜਿਆ ਆਰ ਪਾਰ ਨਿਕਲਿਆ ਹੁੰਦਾ, ਫਿਰ ਇਹ ਬੰਦਾ ਮਾਰ ਦਿੰਦਾ। ਇਹ ਕਿਵੇਂ ਹੁੰਦਾ? ਤੇ ਕਿਵੇਂ ਤੇਰੀਆਂ ਅੱਖਾਂ ਲਾ ਲੈ ਫਲਾਣਾ ਲਾ ਲੈ। ਉਹ ਦੇਖੋ ਨੀਂਦਰਾ ਨੂੰਦਰਾ ਹੋਣਾ ਰਾਤ। ਉਹਦਾ ਕੋਈ ਨਹੀਂ ਜੀ, ਚਲੋ। ਉਹ ਕਹਿੰਦਾ ਜੀ ਮੇਰੀ ਥੋੜੀ ਤਬੀਅਤ ਖਰਾਬ ਹੈ ਤੇ ਮੈਂ ਮੈਡੀਸਨ ਲੈ ਆਵਾਂ। ਮੁਲਤਵੀ ਕਰਤੀ ਸੁਣਵਾਈ, ਕਹਿੰਦੇ ਜੀ ਆਫਟਰ ਲੰਚ ਟਾਈਮ। ਹੂੰ ਬਾਹਰ ਆਇਆ, ਬਾਹਰ ਆ ਕੇ ਉਹਨਾਂ ਦਿਨਾਂ ਦੇ ਵਿੱਚ ਬਠਿੰਡੇ 'ਚ ਜਿਹੜੇ ਵਕੀਲ ਹੁੰਦੇ ਸੀ, 3 ਹੁੰਦੇ ਸੀ ਵਕੀਲ ਟੌਪ ਦੇ। ਅੱਛਾ ਇੱਕ ਹੁੰਦੇ ਸੀ ਕੁਲਵੰਤ ਸਿੰਘ ਟਿਵਾਣਾ, ਹੂੰ ਜਿਹੜੇ ਹਾਈ ਕੋਰਟ ਜੱਜ ਵੀ ਬਣ ਗਏ ਸੀ ਹਾਂਜੀ, ਮਾਨਸਾ ਦੇ। ਹਾਂਜੀ ਛੋਟੀ ਮਾਨਸਾ ਦੇ। ਹਾਂਜੀ। ਇੱਕ ਹੁੰਦੇ ਸੀ ਗੁਰਨਾਮ ਸਿੰਘ ਖੱਟਰ, ਹੂੰ ਜਿਨ੍ਹਾਂ ਦਾ ਘਰ ਇੱਥੇ ਆ ਇਹਦੇ ਕੋਲੇ ਹੈ ਕਨਵੈਂਟ ਦੇ ਸਾਹਮਣੇ। ਜੀ ਇੱਕ ਹੁੰਦੇ ਸੀ ਸਰਦਾਰ ਨਰਦੇਵ ਸਿੰਘ, ਤਿੰਨੇ ਹੁਣ ਇਸ ਦੁਨੀਆ 'ਚ ਹੈ ਨਹੀਂ। ਹੂੰ ਉਹ ਨਰਦੇਵ ਸਿੰਘ ਉਹਨਾਂ ਕੋਲੇ ਆਏ ਤੇ ਨਰਦੇਵ ਸਿੰਘ ਕਹਿੰਦੇ ਜੀ ਕਾਗਜ਼ ਤਾਂ ਦਿਓ ਇੱਕ। ਹੂੰ ਕਾਗਜ਼ ਸਾਹਿਬ ਕਹਿੰਦੇ ਨੇ ਆ ਲਓ ਜੀ। ਨਰਦੇਵ ਸਿੰਘ ਉਹਨੇ ਅੰਗਰੇਜ਼ੀ 'ਚ ਚਿੱਠੀ ਲਿਖੀ ਤੇ ਅੰਗਰੇਜ਼ੀ ਚਿੱਠੀ ਲਿਖ ਕੇ ਆਪਣੀ ਐਪਲੀਕੇਸ਼ਨ ਲਿਖ ਕੇ ਲੰਚ ਟਾਈਮ ਸੀ ਤੇ ਜੱਜ ਸਾਹਿਬ ਦੀ ਜਿਹੜੀ ਹੈਗੇ ਟੇਬਲ ਤੇ ਰੱਖਿਆ। ਟੇਬਲ ਤੇ ਰੱਖਤਾ ਡਾਕਟਰ ਸਾਹਿਬ ਨੇ ਤੇ ਉਹ ਤੋਂ ਬਾਅਦ ਆ ਗਏ ਜੱਜ ਸਾਹਿਬ। ਹੂੰ ਜੋ ਕੇਸ ਸ਼ੁਰੂ ਹੋਣ ਲੱਗਿਆ, ਬੁਲਾਓ ਵੀ ਡਾਕਟਰ ਨੂੰ। ਆਵਾਜ਼ ਮਾਰੀ, ਕਹਿੰਦੇ ਜੀ ਹੈ ਨਹੀਂ ਡਾਕਟਰ। ਉਹ ਨਰਦੇਵ ਸਿੰਘ ਵੀ ਕਿਤੇ ਗਿਆ। ਉਹ ਕਹਿੰਦੇ ਕਿਵੇਂ ਆ? ਕਹਿੰਦੇ ਮੇਰੇ ਕੋਲ ਕਾਗਜ਼ ਲਿਆ ਸੀ, ਇਹ ਤੁਹਾਨੂੰ ਕੋਈ ਚਿੱਠੀ ਲਿਖ ਕੇ ਦੇ ਗਿਆ, ਐਪਲੀਕੇਸ਼ਨ ਲਿਖ ਕੇ ਦੇ ਗਏ ਡਾਕਟਰ ਸਾਹਿਬ। ਉਹ ਮਾਰੇ ਉਹ ਚੱਕ ਕੇ ਚਪੜਾਸੀ ਨੇ ਐਪਲੀਕੇਸ਼ਨ ਪੜਾਤੀ। ਲਿਖਿਆ ਕਿ ਸੀ ਐਪਲੀਕੇਸ਼ਨ ਤੇ ਕਿ ਮੈਂ ਜੇ ਇਸ ਕੇਸ ਦੇ ਵਿੱਚ ਇੱਥੇ ਗਵਾਹੀ ਦੇਣ ਵਾਸਤੇ ਆਇਆ ਸੀ, ਲੇਕਿਨ ਜਿਹੜੀ ਕੋਰਟ ਵਾਲੀ ਕੁਰਸੀ ਆ ਉਸ ਤੇ ਜਿਹੜਾ ਸ਼ਖਸ ਬੈਠਾ ਸੀ ਉਹ ਮੈਨੂੰ ਮਾਨਸਿਕ ਤੌਰ ਤੇ ਠੀਕ ਨਹੀਂ ਲੱਗਿਆ। ਅੱਛਾ। ਜੇ ਉਹ ਸੱਚਮੁੱਚ ਜੱਜ ਹੈ ਤਾਂ ਉਹਦੇ ਵੱਲੋਂ ਕੀਤੇ ਹੋਏ ਫੈਸਲੇ ਜਿਹੜੇ ਹੈਗੇ ਆ ਉਹ ਬਹੁਤ ਖਤਰਨਾਕ ਹੋ ਸਕਦੇ। ਉਹਦੇ 'ਚ ਗੁਨਾਹਗਾਰ ਨੂੰ ਬਰੀ ਕੀਤਾ ਜਾ ਸਕਦਾ ਤੇ ਬੇਗੁਨਾਹ ਨੂੰ ਫਾਹੇ ਵੀ ਦਿੱਤਾ। ਉਹਦਾ ਮਾਨਸਿਕ ਸੰਤੁਲਨ ਠੀਕ ਨਹੀਂ। ਅੱਛਾ, ਪਾਗਲ ਕਰਤਾ। ਹਾਂ, ਸੰਤੁਲਨ ਠੀਕ ਨਹੀਂ। ਉਹ ਕਹਿੰਦਾ ਚਲਾ ਗਿਆ ਜੀ। ਇਹਦੇ ਤੇ ਮਤਲਬ ਇਨਸਾਫ ਦੇ ਹਿੱਤ ਵਿੱਚ ਜਿਹੜੀ ਹੈਗੀ ਅਗਲੀ ਕਾਰਵਾਈ ਹੋਣੀ ਚਾਹੀਦੀ। ਉਹ ਨਰਦੇਵ ਸਿੰਘ ਨੂੰ ਕਹਿੰਦੇ ਇਹਦਾ ਹੁਣ ਮਤਲਬ ਕੀ? ਉਹ ਕਹਿੰਦੇ ਜੀ ਹੁਣ ਤੁਹਾਨੂੰ ਅੰਮ੍ਰਿਤਸਰ ਭੇਜਣਾ ਪਊ ਪਾਗਲਖਾਨੇ। ਉੱਥੇ ਭੇਜੂ ਤੁਹਾਨੂੰ, ਤੁਹਾਡਾ ਮਤਲਬ ਹਾਈ ਕੋਰਟ। ਉੱਥੇ ਤੁਹਾਡੇ ਮਨ ਜਿਹੜੀ ਮਾਨਸਿਕ ਹਾਲਤ ਦਾ ਪਤਾ ਲੱਗੂ। ਕਹਿੰਦਾ ਬੁਲਾ ਯਾਰ ਉਹਨੂੰ, ਗੱਲ ਕਰੀਏ ਆਪਾਂ, ਰਾਜੀਨਾਮਾ ਕਰੀਏ। ਬੁਲਾਣਾ ਚਲੋ, ਪਤਾ ਨਹੀਂ ਉਹ ਗੱਲ ਉਹਨਾਂ ਦੀ ਰਾਜੀਨਾਮਾ ਹੋਇਆ ਨਹੀਂ ਹੋਇਆ। ਇੱਕ ਤਾਂ ਉਹ ਕਿ ਡਾਕਟਰ ਕੀ ਕੁਛ ਕਰ ਸਕਦਾ ਹੈ। ਇੱਕ ਗੱਲ ਹੋਰ ਹੋਈ ਸੀ, ਉਹ ਬੜਾ ਮਸ਼ਹੂਰ ਕੇਸ ਸੀ, ਮੁੰਨੀ ਦੇਵੀ ਰੇਪ ਕਾਂਡ। ਜੀ। ਮੁੰਨੀ ਦੇਵੀ ਰੇਪ ਕਾਂਡ ਕੀ ਸੀ? ਇਹ ਸੀ ਕਿ ਇੱਥੇ ਜਿਹੜਾ ਹੈਗਾ ਪਰੇ ਪ੍ਰਤਾਪ ਨਗਰ ਇਲਾਕਾ, ਬਠਿੰਡੇ ਦਾ ਹੀ ਕੇਸ ਸੀ। ਬਠਿੰਡੇ ਦਾ ਕੇਸ ਸੀ। ਮੈਂ ਉਸ ਕੇਸ ਦਾ ਜਿਹੜਾ ਹੈਗਾ ਮਤਲਬ ਉਸ ਕੇਸ ਦੀ ਪੈਰਵੀ ਮੈਂ ਕੀਤੀ ਸੀ। ਅੱਛਾ ਜੀ। ਬਠਿੰਡੇ ਦੇ ਪਰਲੇ ਪਾਸੇ ਪ੍ਰਤਾਪ ਨਗਰ ਦਾ ਇਲਾਕਾ ਹੁੰਦਾ ਸੀ। ਉੱਥੇ ਇੱਕ ਬਿਜਲੀ ਮੁਲਾਜ਼ਮ ਸੀ। ਬਿਜਲੀ ਮੁਲਾਜ਼ਮ ਦਾ ਜਿਹੜਾ ਹੈਗਾ ਬੱਚਾ ਗੁੰਮ ਹੋ ਗਿਆ ਜੀ। ਲੱਭਿਆ ਜੀ, ਕੋਲ ਇੱਕ ਟਿਊਬਵੈਲ ਸੀਗਾ ਤੇ ਉਸ ਟਿਊਬਵੈਲ ਦੇ ਵਿੱਚੋਂ ਬੱਚੇ ਦੀ ਲਾਸ਼ ਮਿਲ ਗਈ। ਉਹਨਾਂ ਨੂੰ ਡਾਊਟ ਪੈ ਗਿਆ। ਉਹ ਇੱਕ ਹੋਰ ਬਿਜਲੀ ਮੁਲਾਜ਼ਮ ਦਾ ਉਹਨੇ ਨਾਂ ਲੈਤਾ ਕਿ ਆਹ ਬਿਜਲੀ ਮੁਲਾਜ਼ਮ ਹੈ ਜਿਹੜਾ, ਇਹਨੇ ਮੇਰੇ ਬੱਚੇ ਦਾ ਕੁਛ ਕੀਤਾ ਹੋ ਸਕਦਾ। ਤੇ ਉਹਨੂੰ ਜੀ ਕੰਪਲੇਂਟ ਹੋ ਗਈ, ਪੁਲਿਸ ਨੇ ਇਹਨੂੰ ਫੜ ਕੇ ਕੋਤਵਾਲੀ 'ਚ ਬਹਾ ਲਿਆ। ਜੀ। ਉਹਨਾਂ ਦਿਨਾਂ ਦੇ ਵਿੱਚ ਕੋਤਵਾਲੀ ਦੇ ਵਿੱਚ ਜਿਹੜਾ SHO ਹੁੰਦਾ ਸੀ, ਉਹਦਾ ਨਾਂ ਮੇਰੇ ਖਿਆਲ ਮੁਤਾਬਕ, ਕਿਹੜੇ ਸਾਲ ਦੀ ਗੱਲ ਹੈ ਇਹ ਹੈਗੀ 80 ਦੀ ਗੱਲ ਹੈ। ਅੱਛਾ ਜੀ। ਚਲੋ ਮੇਰੇ ਆ ਜਾਊਗਾ। SHO ਹੁੰਦਾ ਸੀ ਕਿਸ਼ੋਰੀ ਰਾਮ ਥਾਣੇਦਾਰ ਸੀ। ਕਿਸ਼ੋਰੀ ਰਾਮ ਉੱਥੇ ਮਤਲਬ ਹਾਜ਼ਰ ਜੀ। ਜਦੋਂ ਭਗਤ ਰਾਮ ਥਾਣੇਦਾਰ ਜੀ, ਉਹਨੂੰ ਜਾ ਕੇ ਬਹਾਤਾ ਵੀ ਆ ਲਓ ਜੀ ਤੁਸੀਂ ਇਹਦਾ। ਉਹਨਾਂ ਨੂੰ ਫੜ ਕੇ ਬਹਾ ਲਿਆ, ਉਹਦੀ ਪੁੱਛ ਪੜਤਾਲ ਕਰਨ ਲੱਗੇ। ਇਨ ਦੀ ਮੀਨ ਟਾਈਮ ਕੀ ਹੋਇਆ ਜੀ, ਮਤਲਬ ਜਿੱਦਣ ਉਹ ਬੱਚੇ ਦਾ ਭੋਗ ਸੀ ਉਸ ਦਿਨ ਉਹਦੀ ਭੂਆ ਦਾ ਪੁੱਤ ਹੈ ਜਿਹੜਾ ਇਮੇਜ ਮੇ ਡੈਡ ਬੋਡੀ ਉਹਦੀ ਮਿਲ ਗਈ। ਅੱਛਾ। 2 ਹੋ ਗਿਆ। ਲਾ ਹੋ ਗਈ। ਲਾ ਹੋਣ ਤੋਂ ਬਾਅਦ ਜੀ ਅਸੀਂ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ। ਸਟੂਡੈਂਟ ਸੀਗੇ। ਜਿੰਦਾਬਾਦ ਮੁਰਦਾਬਾਦ ਅਫਸਰਾਂ ਵਾਸਤੇ ਵਕਤ ਪੈ ਗਿਆ। ਉਹੀ ਸਮਾਂ ਸੀ ਉਹਨਾਂ ਦਿਨਾਂ ਦੇ ਵਿੱਚ ਸੋਮਵਾਰ ਨੂੰ ਦਾਰੂ ਪੀਣ ਦੇ ਉੱਤੇ ਪਾਬੰਦੀ ਸੀ। ਅੱਛਾ ਜੀ। ਡਰਾਈ ਡੇ ਹੁੰਦਾ ਸੀ ਸੋਮਵਾਰ ਦਾ ਦਿਨ। ਮੇਰਾ ਖਿਆਲ ਇਹ ਮੇਰਾ ਖਿਆਲ 80 ਤੋਂ ਵੀ ਪਹਿਲਾਂ, 80 ਤਾਂ ਉਦੋਂ ਬਾਲੇ ਛੋਟੇ ਸੀ। 80 ਦੀ ਗੱਲ ਹੈ। ਮਰਾਰਜੀ ਦੇਸਾਈ ਦੀ ਸਰਕਾਰ ਹੁੰਦੀ ਸੀ। ਹਾਂ, 80 ਦੇ ਵਿੱਚ ਹੀ ਆਈ ਹੈ ਇੰਦਰਾ ਗਾਂਧੀ ਦੁਆਰਾ। ਮਰਾਰਜੀ ਦੇਸਾਈ ਦੀ ਸਰਕਾਰ ਹੁੰਦੀ 79-80 ਦੀ। ਉਹਨਾਂ ਦਿਨਾਂ ਦੇ ਵਿੱਚ 2 ਡਾਕਟਰ, ਜਿਹੜਾ ਆਹ ਢਾਬਾ ਨਹੀਂ ਹੈਗਾ ਅਮਰੀਕ ਦਾ ਢਾਬਾ ਮਹਿਣਾ ਚੌਕ 'ਚ, ਜੀ, ਉੱਥੇ ਬੈਠੇ ਕਿਤੇ ਰਾਤ ਨੂੰ ਉਹਨਾਂ ਨੇ ਵੀ ਚੱਲ ਆਪਾਂ ਇੱਕ 2 ਪੈਗ ਲਾ ਲਈਏ, ਚੋਰੀ ਜੇ ਪੈਗ ਲਾਉਣ ਲੱਗ ਗਏ। ਤੇ ਭਗਤ ਰਾਮ ਉੱਥੇ ਆ ਗਿਆ ਤੇ ਭਗਤ ਰਾਮ ਨੇ ਆ ਕੇ ਆਸਾ ਨਹੀਂ ਦੇਖਿਆ, ਬਾਸਾ ਨਹੀਂ ਦੇਖਿਆ ਤੇ ਉਹਨਾਂ ਨੂੰ ਬੇਇੱਜ਼ਤ ਕੀਤਾ, ਉਹਨਾਂ ਦੇ ਨਾਲ ਬਦਸਲੂਕੀ ਕੀਤੀ, ਥੱਪੜ ਵੀ ਮਾਰਤੇ।
ਉਹਨਾਂ ਦੇ ਵਿੱਚੋਂ ਮੇਰੇ ਇੱਕ ਡਾਕਟਰ ਦਾ ਨਾਂ ਜਿਹੜਾ PCMS ਦਾ ਪ੍ਰਧਾਨ ਸੀਗਾ ਯੂਨੀਅਨ ਦਾ, ਜਿਵੇਂ ਇਹ ਗੁਰਮੇਲ ਪ੍ਰਧਾਨ ਹੈ, ਉਹਦਾ ਨਾਮ ਮਨਜੀਤ ਸਿੰਘ ਸੀ। ਲਓ ਜੀ, ਗੱਲਾਂ ਚੱਲ ਪਈਆਂ ਵੀ ਭਗਤ ਰਾਮ ਨੇ ਜੀ ਡਾਕਟਰ ਕੁੱਟਤਾ, ਬੜੀ ਉਹਦੀ ਦਹਿਸ਼ਤ ਪੈ ਗਈ ਵੀ ਡਾਕਟਰ ਕੁੱਟਤੇ। ਚਲੋ ਜਦੋਂ ਅਸੀਂ ਉਹ ਮਾਮਲਾ ਉਠਾਇਆ ਵੀ ਆਹ ਕਰਕੇ ਆਹ ਗੱਲ ਹੈ ਜੀ, ਆਹ ਗੱਲ ਹੈ, ਤਾਂ ਹੋਇਆ ਕਿ ਉਹਨਾਂ ਦਿਨਾਂ 'ਚ ਸੁਖਦਰਸ਼ਨ ਸਿੰਘ, ਇੱਥੇ ਇੱਕ DSP ਹੁੰਦਾ ਸੀ ਚੋਪੜਾ, ਸੁਦਰਸ਼ਨ ਸਿੰਘ ਚੋਪੜਾ, ਉਹ ਚੋਪੜਾ ਕਿਤੇ ਆਇਆ ਤੇ ਥਾਣੇਦਾਰ ਸਾਹਿਬ ਜਿਹੜੇ ਆ ਭਗਤ ਰਾਮ ਉਹ ਥਾਣੇ 'ਚ ਨਾ ਹੈ। ਕਹਿੰਦਾ ਥਾਣੇਦਾਰ ਕਿੱਧਰ ਚਲਾ ਗਿਆ? ਕਹਿੰਦੇ ਜੀ ਪਤਾ ਨਹੀਂ ਕਿੱਧਰ ਚਲਾ ਗਿਆ। ਉਹਨੇ ਗੈਰ ਹਾਜ਼ਰੀ ਪਾਤੀ ਰੋਜ਼ ਰਾਮ ਜੀ ਕਿ ਮੈਂ ਜਦੋਂ ਆਇਆ ਸੀ ਤੇ ਉਦੋਂ ਇਹ ਥਾਣੇਦਾਰ ਇੱਥੇ ਹੈ ਨਹੀਂ ਸੀ, ਕਿਉਂਕਿ ਫਿਕਰ ਸੀਗਾ ਵੀ ਇਹ 2 ਬੱਚੇ ਮਰ ਗਏ, ਪ੍ਰੋਟੈਸਟ ਹੋਈ ਜਾਂਦਾ ਲੋਕਾਂ ਦਾ, ਤੇ ਨਹੀਂ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਨੇ ਪਾਤਾ ਤੇ ਪਾਉਣ ਤੋਂ ਬਾਅਦ ਕੀ ਹੋਇਆ, ਥਾਣੇਦਾਰ ਨਹੀਂ ਦੀਦਾ। ਗੱਲਾਂ ਕਰਦਿਆਂ ਜੀ ਹੌਲੀ ਗੱਲ ਨਿਕਲ ਆਈ ਕਿ ਅਸਲ ਦੇ ਵਿੱਚ ਜਿਹੜਾ ਉਹ ਬੰਦਾ ਫੜ ਕੇ ਬਹਾਇਆ ਸੀ ਬਿਜਲੀ ਮੁਲਾਜ਼ਮ, ਉਹਦੀ ਵਾਈਫ ਸੀ ਮੁੰਨੀ ਦੇਵੀ। ਅੱਛਾ, ਮੁੰਨੀ ਦੇਵੀ ਬਣਦੀ ਤੰਦੀ ਸੀ, ਖੂਬਸੂਰਤ ਸੀ, ਤੇ ਮੁੰਨੀ ਦੇਵੀ ਕਿਤੇ ਉਹ ਆਪਦੇ ਘਰ ਵਾਲੇ ਨੂੰ ਮਿਲਣ ਵਾਸਤੇ ਆਈ ਤੇ ਉਹਨੇ ਭਗਤ ਰਾਮ ਨੂੰ ਕਿਹਾ ਵੀ ਮੈਂ ਮਿਲਣਾ। ਕਹਿੰਦੇ ਮਿਲ ਲੈ, ਚੱਲ ਕੋਈ ਨਹੀਂ, ਮਿਲਾ ਦਿਓ ਇਹਨੂੰ, ਸਮਝਾਇਆ ਇਹਨੂੰ ਐ, ਜੇ ਇਹਨੇ ਜੁਰਮ ਕੀਤਾ ਤਾਂ ਮੰਨ ਲੇ। ਤੇ ਭਗਤ ਰਾਮ ਨੂੰ ਮਿਲਣ ਵਾਸਤੇ ਕੋਈ ਹੋਰ ਬੰਦਾ ਆ ਗਿਆ। ਉਹ ਕਹਿੰਦਾ ਕਿਵੇਂ ਆ, ਕੀ ਗੱਲ ਆ, ਜਿਵੇਂ ਇਹਨਾਂ ਦੀਆਂ ਆਪਸ ਵਿੱਚ ਪੁਲਿਸਾਂ ਦੀਆਂ ਗੱਲਾਂ ਦਾ। ਉਹ ਕਹਿੰਦਾ ਵੀ ਤੁਸੀਂ ਕੀ? ਕਹਿੰਦਾ ਕੀ ਆ? ਕਹਿੰਦਾ ਕੋਈ ਮਾੜਾ ਮੋਟਾ, ਚਲੋ ਇਸ਼ਾਰਾ ਕਰਤਾ ਵੀ ਆਹ ਕੁੜੀ ਹੈਗੀ ਆ ਵਧੀਆ। ਉਸ ਕੁੜੀ ਨੂੰ ਲੈ ਆਏ ਤੇ ਲਿਆ ਕੇ ਜੀ ਉਹਨਾਂ ਨੇ ਆਹ ਜਿਹੜਾ ਸੈਨਿਕ ਰੈਸਟ ਹਾਊਸ ਹੈ ਇੱਥੇ ਉਹਦੇ ਨਾਲ ਸਰੀਰਕ ਸੰਬੰਧ ਬਣਾਏ, ਇਹ ਕਹਿ ਕੇ ਕਿ ਤੇਰੇ ਘਰ ਵਾਲੇ ਨੂੰ ਅਸੀਂ ਛੱਡ ਦਿਆਂਗੇ, ਉਹਨੂੰ ਅਸੀਂ ਬਚਾ ਦਿਆਂਗੇ। ਉਦੋਂ ਬਾਅਦ ਜਦੋਂ ਪਤਾ ਲੱਗਿਆ ਭਗਤ ਰਾਮ ਨੂੰ ਕਿ ਮੇਰੀ ਪੈ ਗਈ ਗੈਰ ਹਾਜ਼ਰੀ, ਤੇ ਉਹਨਾਂ ਨੂੰ ਉਸ ਵੇਲੇ 200-300 ਰੁਪਇਆ ਦਿੱਤਾ ਤੇ ਚੜਾਤਾ ਉਹਨੂੰ ਵੀ ਤੂੰ ਐ ਗੱਡੀ ਚੜ੍ਹ ਜਾ ਤੇ ਜਾ ਆਪਦੇ ਦੇਸ਼ ਦੇ ਵਿੱਚੋਂ, ਇੱਧਰ ਉੱਤਰਾਖੰਡ ਦੀ ਸੀਗੀ ਉੱਧਰ ਨੂੰ ਚਲੀ ਗਈ। ਅਖੀਰ ਗੱਲ ਕਰਦਿਆਂ ਵਿੱਚੋਂ ਮੁਲਾਜ਼ਮਾਂ ਤੋਂ ਸਾਨੂੰ ਵੀ ਪਤਾ ਲੱਗ ਗਿਆ ਵੀ ਕਹਾਣੀ ਆ ਹੈ। ਉਹ ਬੱਚਿਆਂ ਦੇ ਜਿਹੜੀ ਮਰਨ ਮਰਾਉਣ ਵਾਲੀ ਗੱਲ ਤਾਰੇਗੀ ਮਗਰ, ਤੇ ਇਸ ਗੱਲ ਦੇ ਉੱਤੇ ਹੋ ਗਿਆ ਕਿ ਜੇ ਕੋਈ ਬੰਦਾ ਅੰਦਰ ਪੀੜਤ ਹੈ, ਫੜਿਆ ਹੋਇਆ, ਉਹਦੀ ਵਾਈਫ ਦੇ ਨਾਲ ਆਹ ਗੱਲ ਕਿਉਂ ਹੋਈ, ਇਸ ਗੱਲ ਦੇ ਉੱਤੇ ਜੀ ਰਫੜ ਪੈ ਗਿਆ। ਅਸੀਂ ਫਿਰ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ, ਗੱਲ ਬਣੀ ਨਾ ਜੀ। ਅਖੀਰ ਹੋਇਆ ਕਿ ਇਹ ਫੈਸਲਾ ਹੋ ਗਿਆ ਵੀ ਆਪਾਂ ਹੋਰ ਕੁਛ ਨਾ ਕਰੀਏ। ਉਹਨਾਂ ਦਿਨਾਂ 'ਚ ਸਰਦਾਰ ਜੈ ਸਿੰਘ ਗਿੱਲ ਬਠਿੰਡੇ ਦੇ ਡਿਪਟੀ ਕਮਿਸ਼ਨਰ ਹੁੰਦੇ ਸੀ, ਤੇ ਗੁਰਵਿੰਦਰ ਸਿੰਘ ਭੁੱਲਰ ਹੁੰਦੇ ਸੀ SSP, ਚਾਈਨਾ ਰੈਡੀ ਹੁੰਦੇ ਸੀ ਗਵਰਨਰ ਜੀ। ਇਹ ਫੈਸਲਾ ਹੋਇਆ ਇੱਥੋਂ ਵੀ ਯਾਰ ਕਿਵੇਂ ਕਰੋ ਤੁਸੀਂ, ਤੇ ਇਹ ਡਾਕਟਰ ਆ ਗਏ ਜੀ, ਡਾਕਟਰਾਂ ਨੇ ਸਾਨੂੰ ਲੱਭ ਲਿਆ ਵੀ ਭਗਤ ਰਾਮ ਦੇ ਖਿਲਾਫ ਲੜਾਈ ਕਰਨ ਵਾਲੇ ਬੰਦੇ ਕੌਣ, ਸਾਡੇ ਕੋਲੇ ਆ ਗਏ। ਮੇਰੇ ਨਾਲ ਇੱਕ ਵੇਦ ਪ੍ਰਕਾਸ਼ ਗੁਪਤਾ ਹੁੰਦੇ ਸੀ, PUCL ਦੇ ਜਨਰਲ ਸੈਕਟਰੀ, ਸਾਡੇ ਉਸਤਾਦ ਸੀ, ਸਾਡੇ ਗੁਰੂ ਕਹਿ ਦਿੰਦੇ ਸੀ, ਉਹਨਾਂ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ। ਲਿਖਣ ਪੜ੍ਹਨ ਦੇ ਵਿੱਚ ਬੰਦਾ ਬੜਾ ਹੋ ਤੇਜ਼। ਤੇ ਉਹ ਵੇਦ ਪ੍ਰਕਾਸ਼ ਗੁਪਤਾ ਜੀ ਨੇ ਜਦੋਂ ਗੱਲ ਕੀਤੀ ਡਾਕਟਰਾਂ ਨਾਲ ਵੀ ਕੀ ਕਰਕੇ, ਉਹ ਕਹਿੰਦੇ ਜੀ ਆਪਾਂ ਕੁਛ ਕਰ ਲਓ। ਕਹਿੰਦਾ ਕਰ ਤਾਂ ਸਕਦੇ ਹਾਂ ਯਾਰ, ਅਸੀਂ ਦੋਨੋਂ ਨੰਗ ਆ, ਸਾਡੇ ਕੋਲੇ ਕੁਛ ਹੈ ਨਹੀਂ, ਆਪ ਨੰਗ ਤੀਜੇ ਨੰਗ ਨਾਨਕੇ। ਇਹ ਕਹਿੰਦੇ ਜੀ ਕੀ ਗੱਲ? ਉਹ ਕਹਿੰਦੇ ਵੀ ਆਪਾਂ ਉਹਨੂੰ ਕੁੜੀ ਨੂੰ ਬੁਲਾਈਏ। ਅਸੀਂ ਭਾਈ ਬਿਜਲੀ ਕਾਮੇ ਨਾਲ ਗੱਲ ਕੀਤੀ ਵੀ ਬੁਲਾਓ, ਉਹਨਾਂ ਨੇ ਜੀ ਚਲੋ ਭਾੜਾ ਕਰਾਇਆ, ਡਾਕਟਰਾਂ ਨੇ ਦਿੱਤਾ, ਤੇ ਉਹ ਕੁੜੀ ਆ ਗਈ ਤੇ ਨਾਲ ਉਹਦਾ ਪਿਓ ਆ ਗਿਆ। ਉਹਨੂੰ ਜੀ ਅਸੀਂ ਇੱਥੇ ਚਕਾ ਕੇ ਤੇ ਆਪਦੇ ਕੋਲੇ ਰੱਖਣ ਦੀ ਬਜਾਏ ਥਰਮਲ ਪਲਾਂਟ ਦੇ ਵਿੱਚ NFL ਦੇ ਵਿੱਚ ਇੱਕ ਸਾਡਾ ਮਿੱਤਰ ਹੁੰਦਾ ਸੀ, ਉਹਦੇ ਘਰੇ ਉਹਨੂੰ ਰੱਖਿਆ ਜੀ। ਉਹਦੇ ਘਰੇ ਰੱਖਣ ਤੋਂ ਬਾਅਦ ਤੇ ਵੀ ਹੁਣ ਕਿਵੇਂ ਕਰੀਏ, ਹੁਣ ਆਪਾਂ ਚੱਲ ਗਏ, ਹੋਰ ਕੁਛ ਨਹੀਂ ਬਣਦਾ, ਗਵਰਨਰ ਦੇ ਕੋਲੇ ਚਲੇ ਗਏ। ਇੱਥੋਂ ਜੀ ਫਿਰ ਗਵਰਨਰ ਕੋਲੇ ਜਾਣ ਦਾ ਪ੍ਰੋਗਰਾਮ ਬਣ ਗਿਆ। ਗਵਰਨਰ ਕੋਲ ਜਾਣ ਦਾ ਜਦੋਂ ਪ੍ਰੋਗਰਾਮ ਬਣ ਗਿਆ, ਕਾਹਦੇ ਤੇ ਜਾਈਏ, ਤੇ ਫਿਰ ਮੋਟਰਸਾਈਕਲਾਂ ਤੇ ਗਏ ਜੀ। ਉਹਨਾਂ ਡਾਕਟਰਾਂ ਨੇ ਕੀਤੀ ਮਦਦ ਜੀ। ਮੋਟਰਸਾਈਕਲਾਂ ਤੇ ਜਾ ਕੇ ਚੰਡੀਗੜ੍ਹ ਇੱਕ ਮੋਟਰਸਾਈਕਲ ਦੇ ਉੱਤੇ ਮੁੰਨੀ ਦੇਵੀ ਨੂੰ ਬਹਾ ਲਿਆ, ਦੂਜੇ ਮੋਟਰਸਾਈਕਲ ਤੇ ਉਹਦਾ ਪਿਓ ਬਹਾ ਲਿਆ। ਦੋਨਾਂ ਡਾਕਟਰਾਂ ਨੇ ਮੋਟਰਸਾਈਕਲ ਦੱਬੇ, ਅਸੀਂ ਆਪਦਾ ਕੋਈ ਹੋਰ ਸਾਧਨ ਲੈ ਕੇ ਚੰਡੀਗੜ੍ਹ ਚਲੇ ਗਏ। ਤੇ ਬੜੇ ਚਰਚਿਤ ਸਾਡੇ ਮਿੱਤਰ ਅੱਜ ਕੱਲ੍ਹ ਜਿਹੜੇ ਅਖਬਾਰਾਂ ਦੇ ਵਿੱਚ ਉਹਨਾਂ ਦੇ ਆਰਟੀਕਲ ਵੀ ਆਉਂਦੇ ਆ, ਸਰਦਾਰ ਜਗਤਾਰ ਸਿੰਘ, ਇਹ ਉਦੋਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਕੰਮ ਕਰਦੇ ਹੁੰਦੇ ਸੀ। ਜਗਤਾਰ ਸਿੰਘ ਹੋਰਾਂ ਦੀ ਬੇਦ ਜੀ ਨਾਲ, ਗੁਪਤਾ ਜੀ ਨਾਲ ਬਹੁਤ ਨੇੜਤਾ ਸੀ। ਜਾ ਮਿਲੇ, ਸਲਾਮ ਕੀਤੀ ਵੀ ਜਗਤਾਰ ਜੀ ਕਰਕੇ ਕਹਾਣੀ ਹੈ, ਖਬਰ ਬਣਾਓ। ਕਹਿੰਦੇ ਯਾਰ ਖਬਰ ਐ ਨਹੀਂ ਬਣਦੀ, ਖਬਰ ਬਣਾਉਣ ਵਾਸਤੇ ਕੁਛ ਕਰੋ ਵੀ, ਇਹਨੂੰ ਗਵਰਨਰ ਦੇ ਲੈ ਕੇ ਜਾਓ। ਲਓ ਜੀ, ਮੁੰਨੀ ਦੇਵੀ ਨੂੰ ਤੇ ਮੁੰਨੀ ਦੇਵੀ ਦੇ ਪਿਓ ਨੂੰ ਭੇਜਤਾ ਵੀ ਤੁਸੀਂ ਗਵਰਨਰ ਹਾਊਸ ਕੋਲੇ ਜਾਓ, ਤੁਹਾਨੂੰ ਜੇ ਤਾਂ ਅੰਦਰ ਵੜਨ ਤਾਂ ਠੀਕ ਹੈ, ਤੇ ਨਹੀਂ ਤੁਸੀਂ ਉੱਥੇ ਮਤਲਬ ਅਰੋਣਾ ਧੋਣਾ ਸ਼ੁਰੂ ਕਰ ਦਿਓ। ਤੇ ਜਗਤਾਰ ਸਿੰਘ ਹੋਰਾਂ ਨੇ ਕਹਿੰਦਾ ਸਾਡਾ ਫੋਟੋਗ੍ਰਾਫਰ ਨਾਲ ਲੈ ਜਾਓ। ਐਕਸਪ੍ਰੈਸ ਦਾ ਫੋਟੋਗ੍ਰਾਫਰ ਨਾਲ ਲੈ ਕੇ ਜੀ ਜਾ ਕੇ ਖੜੇ ਹੋ ਗਏ। ਉਹ ਜਦੋਂ ਗਈ ਉੱਥੇ ਵਿਚਾਰੀ, ਤੇ ਉੱਥੇ ਕਾਹਨੂੰ ਕਿਸੇ ਨੇ ਮਤਲਬ ਵੜਨ ਦੇਣਾ ਸੀ, ਤੇ ਉਹਨੇ ਜਿੱਥੇ ਚੀਕਾਂ ਛੜਤੀਆਂ। ਕੁਦਰਤੀ ਪੰਜਾਬ ਪੁਲਿਸ ਦੀ ਇੱਕ ਗੱਡੀ ਖੜੀ, ਉਹਨੇ ਕਹਿੰਦਾ ਭਗਤ ਰਾਮ ਆ ਗਿਆ, ਮੈਨੂੰ ਤਾਂ ਚੱਕਣਾ ਆ ਗਿਆ, ਮੈਨੂੰ ਚੱਕਣਾ ਗਿਆ। ਤੇ ਗਵਰਨਰ ਸੈਰ ਕਰਦੇ ਫਿਰਦੇ ਸੀ ਅੰਦਰ ਆਪਦੇ, ਉਹਨਾਂ ਨੂੰ ਸੁਣਿਆ, ਕਹਿੰਦੇ ਕੋਈ ਜਨਾਨੀ ਕੁਰਲਾ ਰਹੀ ਹੈ, ਬੁਲਾਓ ਕਿਆ ਹੈ। ਅੰਦਰ ਜੀ ਉਹਨੂੰ ਬੁਲਾ ਲਿਆ, ਕੀ ਹੈ, ਉਹਨੇ ਜਾ ਕੇ ਸਾਰੀ ਕਹਾਣੀ ਦੱਸੀ। ਤੇ ਗਵਰਨਰ ਸਾਹਿਬ ਨੇ ਕਹਿੰਦੇ ਆਓ ਬੈਠੋ ਮੇਰੇ ਕੋਲੇ। ਉਹਨਾਂ ਨੇ ਇੱਕ ਚਿੱਠੀ ਡਿਕਟੇਟ ਕੀਤੀ, ਚਿੱਠੀ ਲਿਖਵਾਤੀ। ਇੱਕ ਚਿੱਠੀ ਤਾਂ ਲਿਫਾਫੇ 'ਚ ਬੰਦ ਕਰਕੇ ਉਹਨੂੰ ਫੜਾਤੀ ਵੀ ਆ ਬਠਿੰਡਾ ਦੇ DC ਨੂੰ ਦੇ ਦਿਓ। ਦੂਜੀ ਚਿੱਠੀ ਉਹਨਾਂ ਨੇ ਆਪਣੇ ਤੰਤਰ ਰਾਹੀਂ ਭੇਜਤੀ। ਤੇ ਜਦੋਂ ਤੜਕੇ ਅਖਬਾਰ ਦੇ ਵਿੱਚ ਸਾਰੇ ਫਰੰਟ ਪੇਜ ਦੇ ਉੱਤੇ ਫੋਟੋ ਲਾ ਕੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ ਛਪ ਗਈ।
ਸਾਨੂੰ ਪਤਾ ਸੀ ਵੀ ਖਬਰ ਲੱਗੂਗੀ। ਹਾਂ। ਤੇ ਬੇਦ ਜੀ ਮੈਨੂੰ ਕਹਿੰਦੇ ਵੀ ਗੱਲ ਇਹ ਹੈ ਵੀ ਤੜਕੇ 4 ਵਜੇ ਉੱਠ ਕੇ ਤੇ ਸਟੇਸ਼ਨ ਤੋਂ ਅਖਬਾਰ ਲੈ ਕੇ ਆਉਣੇ ਆ। ਉਦੋਂ ਆ ਗੱਡੀਆਂ ਨਹੀਂ ਆਉਂਦੀਆਂ ਹੁੰਦੀਆਂ ਸੀ। ਅਖਬਾਰ ਗੱਡੀਆਂ ਟ੍ਰੇਨਾਂ ਰਾਹੀਂ ਆਉਂਦੇ ਹੁੰਦੇ ਸੀ। ਮੇਲ ਤਾਈਆਂ ਕਹਿੰਦੇ ਨਾ, ਮੇਲ ਗੱਡੀ। ਹਾਂ, ਅਸੀਂ ਜੀ ਮਤਲਬ ਜਾ ਕੇ ਰੇਲਵੇ ਸਟੇਸ਼ਨ ਤੋਂ 15-20 ਅਖਬਾਰ ਲੈ ਲਏ, ਜਿੰਨੇ ਵੀ ਆਉਂਦੇ ਸੀ। ਐਕਸਪ੍ਰੈਸ ਦੀ ਸਰਕੂਲੇਸ਼ਨ ਘੱਟ ਹੀ ਹੈ ਪੜਾਕੇ ਪਾਊ ਅਖਬਾਰ। ਉਹਨੂੰ ਬੰਦ ਕੀਤਾ, ਬੰਦ ਕਰਕੇ ਤੇ ਜੀ ਅਸੀਂ ਅਖਬਾਰਾਂ ਨੂੰ ਲੈ ਕੇ ਆ ਗਏ। ਤੇ ਮੈਂ ਬੇਦ ਜੀ ਕੋਲੇ, ਮੈਂ ਕਿਹਾ ਜੀ ਲਓ ਆ ਗਿਆ, ਹੁਣ ਕੀ ਕਰੀਏ? ਉਹਨਾਂ ਨੇ ਉਵੇਂ ਜਿਵੇਂ ਬਣਾ ਕੇ ਤੇ ਮੈਨੂੰ ਕਹਿੰਦੇ ਚੱਲ ਚੱਲੀਏ। ਅਸੀਂ ਦੋਨੇ ਫਿਰ ਚੱਲ ਪਏ ਸਾਈਕਲਾਂ ਤੇ। ਜਿੰਨੇ ਜੱਜ ਸੀ ਸਾਰੇ ਜੱਜਾਂ ਦੇ ਘਰੇ ਸਿੱਟਦੇ, ਸਾਰੇ ਅਫਸਰਾਂ ਦੇ ਘਰੇ ਸਿੱਟਦੇ। ਸਿੱਟਣ ਤੋਂ ਬਾਅਦ ਤੇ ਜੀ ਅਸੀਂ ਆ ਗਏ ਤੇ ਇੱਥੇ ਉਹਦੀ ਬੇਲ ਐਪਲੀਕੇਸ਼ਨ ਲੱਗੀ ਹੋਈ ਸੀਗੀ, ਕਿਉਂਕਿ ਕੇਸ ਤਾਂ ਰਜਿਸਟਰ ਹੋ ਹੀ ਗਿਆ ਸੀ। ਬੇਲ ਐਪਲੀਕੇਸ਼ਨ ਲੱਗੀ ਸੀ। ਜਦੋਂ ਜੱਜ ਸਾਹਿਬ ਦੇ ਜਿਹੜੇ ਭਾਟੀਆ ਸਾਹਿਬ ਸੀ ਜੱਜ, ਮੇਰਾ ਖਿਆਲ ਵੀ ਉਹਨਾਂ ਦੇ ਘਰੇ ਵੀ ਜਾਂਦਾ ਰਿਹਾ। ਉਹਨਾਂ ਨੇ ਪਹਿਲਾਂ ਰੋਜ਼ ਹੀ ਉਹਦੀ ਅਰੈਸਟ ਸਟੇ ਕਰ ਦਿਆ ਕਰਨ, ਇੱਕ ਅੱਜ ਅਗਲੇ ਦਿਨ ਤੇ ਭਾਟੀਆ ਸਾਹਿਬ ਨੇ ਨਾਲ ਦੀ ਨਾਲ ਜਿਹੜੀ ਹੈਗੀ ਆ ਉਹਦੀ ਜੀ ਬੇਲ ਐਪਲੀਕੇਸ਼ਨ ਰਿਜੈਕਟ ਕਰਤੀ। ਤੇ ਜਦੋਂ ਚੱਕ ਕੇ ਚਿੱਠੀ ਫੜਾਈ ਤੇ ਚਿੱਠੀ ਦੇ ਵਿੱਚ ਕੀ ਲਿਖਿਆ ਸੀ ਉਹਨਾਂ ਨੇ, ਗਵਰਨਰ ਸਾਹਿਬ ਨੇ, ਵੀ ਮੈਂ ਪਰਸੋਂ ਆ ਰਿਹਾ ਬਠਿੰਡੇ ਤੇ ਪਰਸੋਂ ਜਿਹੜੇ DC ਤੇ SSP ਹਾਜ਼ਰ ਹੋਇਓ ਤੇ ਮੈਨੂੰ ਦੱਸਿਓ। ਇੱਥੇ ਜੀ ਆ ਗਏ ਥਰਮਲ ਵਾਲੇ ਰੈਸਟ ਹਾਊਸ ਦੇ ਵਿੱਚ। ਹੂ ਵਿਲ ਐਕਸਪਲੇਨ, ਡੰਡਾ ਜਿਹਾ ਸੀ ਉਹਦੇ ਕੋਲ, ਚਾਈਨਾ ਰੇਡੀ ਦੀ ਜਿਹੜੀ ਆ ਟੰਗ ਜੀ ਸੀ ਹੋਰੂ ਜੇ, ਥੋੜੀ ਮੇਰਾ ਖਿਆਲ ਲੰਗੜਾ ਕੇ ਚੱਲਦਾ ਸੀ। ਹੂ ਵਿਲ ਐਕਸਪਲੇਨ, ਇਹੋ ਜਿਹਾ ਕੁਛ ਹੋਇਆ ਜੀ। ਮਤਲਬ ਬਾਣੀ ਪੈ ਗਈ ਪੁਲਿਸ। ਬਾਣੀ ਪੈਣ ਤੋਂ ਬਾਅਦ ਅਖੀਰ ਲਿਆਓ ਜੀ ਮੁੰਨੀ ਦੇਵੀ ਕਿੱਥੇ, ਆਪਾਂ ਉਹਦਾ ਮੈਡੀਕਲ ਕਰਾਉਣਾ, ਉਹਦੇ ਬਿਆਨ ਲਿਖਣਾ। ਮੈਨੂੰ DSP ਹੁੰਦੇ ਸੀ ਤੇ ਉਹ DSP ਸਾਹਿਬ ਨੂੰ ਮੈਨੂੰ ਕਹਿੰਦੇ ਲਿਆਓ ਜੀ ਲਿਆਓ। ਅਸੀਂ ਆਖਿਆ ਜੀ ਹੈਗੇ ਹੈ। ਸਾਨੂੰ ਡਰ ਹੈ ਵੀ DSP ਹੁਣ ਇਹ ਤਾਂ ਕਹਿੰਦਾ ਕਿਤੇ ਇਹ ਨਾ ਹੋ ਜਾਵੇ ਵੀ ਇਹਨੂੰ ਚੱਕ ਕੇ ਲੈ ਜਾਏ। ਤੇ ਅਖੀਰ ਫੈਸਲਾ ਹੋਇਆ, ਮੈਂ ਕਿਹਾ ਜੀ ਮੇਰਾ ਫੈਸਲਾ ਹੋਇਆ ਵੀ ਤੂੰ ਜਾ ਨਹਿਰ ਤੇ ਮੋਟਰਸਾਈਕਲ ਲੈ ਕੇ। ਤੇ DSP ਨੂੰ ਕਹਿੰਦਾ ਵੀ ਤੁਸੀਂ ਨਹਿਰ ਤੇ ਜਾਓ, ਇਹਦੇ ਮੋਟਰਸਾਈਕਲ ਨੂੰ ਫੋਲੋ ਕਰ ਲਓ, ਜਿੱਥੇ ਹੋਇਆ ਤੇ ਉੱਥੇ ਬਿਆਨ ਲਿਖਿਆ ਜਾਓ। ਮੈਂ ਹੁਣ ਨਾਂ ਨਹੀਂ ਲੈਂਦਾ, ਬੰਦਾ ਠੀਕ ਹੈ, ਮੇਰਾ ਮਿੱਤਰ ਹੈ, ਬਾਅਦ ਦੇ ਵਿੱਚ ਮਿੱਤਰ ਬਣ ਗਿਆ ਸੀ। ਤੇ ਇੱਕ ਥਾਣੇਦਾਰ ਭਗਤ ਰਾਮ ਦਾ ਚੇਲਾ, ਪ੍ਰੋਬੇਸ਼ਨਰੀ ASI, ਉਹ ਜੀ ਜਿੱਥੇ ਮੈਂ ਦਫ਼ਤਰ ਦੇ ਵਿੱਚ ਰਹਿੰਦਾ ਹੁੰਦਾ ਸੀ, ਸਾਹਮਣੇ ਮੇਰੇ ਤੇ ਨਿਗਾਹ ਹੋਇਆ ਕਰੀ ਉਹਦੀ। ਜਦੋਂ ਮੈਂ ਮੋਟਰਸਾਈਕਲ ਚੱਕਿਆ, ਮਗਰੇ ਮੋਟਰਸਾਈਕਲ ਉਹਨੇ ਲਾ ਲਿਆ। ਮੇਰੇ ਕੋਲ ਜਾਵਾ ਮੋਟਰਸਾਈਕਲ ਹੁੰਦਾ, ਉਹਦੇ ਕੋਲ ਬੁਲਟ। ਤੇ ਜਦੋਂ ਐ ਨਹਿਰ ਦੇ ਕੋਲੇ ਪੁੱਜ ਗਿਆ, ਮੈਂ ਲਾ ਲਿਆ। ਤੇ ਮੈਂ ਉਹਨੂੰ ਕਹਿ ਲਿਆ, ਮੈਂ ਕਿਹਾ ਮਿੱਤਰਾ ਗੱਲ ਇਹ ਹੈ, ਤੂੰ ਮੈਨੂੰ ਕਰਦਾ ਫੋਲੋ। ਭਗਤ ਰਾਮ ਦੇ ਨਾਲ ਇੱਕ ਸਿਪਾਹੀ ਹੁੰਦਾ ਮਿੱਠੂ ਸਿੰਘ, ਮੈਂ ਕਿਹਾ ਉਹਨੂੰ ਮਿੱਠੂ ਸਿੰਘ ਦੀ ਨਾਂ ਦੇ ਉੱਤੇ ਬਲਵੀਰ ਸਿੰਘ ਤੇਰਾ ਨਾਂ ਹੋਊਗਾ। ਉਹਦੀਆਂ ਨਿਕਲ ਗਈਆਂ ਜੀ ਡਾਡਾਂ, ਭੱਜਿਆ ਵੀ ਗੱਲ ਕਿਧਰੋਂ ਆਉਂਦੀ ਹੈ। ਚਲੋ ਡਿਪਟੀ ਸਾਹਿਬ ਆ ਗਏ, ਬਜ਼ੁਰਗ ਬੰਦੇ। ਮੈਂ ਲੈ ਕੇ ਜੀ NFL ਦੀ ਕਲੋਨੀ ਚਲਾ ਗਿਆ। ਉਹਨਾਂ ਨੇ ਜਾ ਕੇ ਸਾਰਾ ਬਿਆਨ ਲਿਖਿਆ ਤੇ ਬਿਆਨ ਲਿਖਣ ਤੋਂ ਬਾਅਦ ਮੈਨੂੰ ਕਹਿੰਦੇ ਵੀ ਗੱਲ ਇਹ ਹੈ ਵੀ ਇਹ ਬੀਬੀ ਦਾ ਅਸੀਂ ਮੈਡੀਕਲ ਕਰਵਾਉਣਾ ਹੈ। ਮੈਂ ਕਿਹਾ ਜੀ ਮੈਡੀਕਲ ਹੁਣ ਇੰਨੇ ਦਿਨ ਹੋ ਗਏ, 16-17 ਦਿਨ ਹੋ ਗਏ, ਹੁਣ ਮੈਡੀਕਲ 'ਚ ਕੀ ਆਊਗਾ? ਉਹ ਕਹਿੰਦੇ ਕੁਛ ਆਵੇ ਨਾ ਆਵੇ ਮੈਡੀਕਲ ਕਰਵਾਉਣਾ ਜ਼ਰੂਰ ਹੈ। ਸਾਡੇ ਕਾਗਜ਼ਾਂ ਦਾ ਘਰ ਪੂਰਾ ਤਾਂ ਸਾਨੂੰ ਕਰਨਾ ਪੈਣਾ ਨਾ, ਕਿਉਂਕਿ ਰੇਪ ਦਾ FIR ਦਰਜ ਹੋਈ ਹੈ। ਬਿਆਨ ਹੀ ਨਹੀਂ ਦੇਤਾ, ਬਿਆਨ ਦੀ ਪੁਸ਼ਟੀ ਕਰਾਉਣ ਵਾਸਤੇ ਮੈਡੀਕਲ ਜ਼ਰੂਰੀ। ਲਓ ਜੀ, ਨਾ ਚਾਹੁੰਦਿਆਂ ਮੇਰਾ ਦਿਲ ਤਾਂ ਮੰਨੇ ਨਾ। ਮੈਨੂੰ ਕਹਿੰਦੇ ਤੂੰ ਨਾਲ ਬਹਿ ਜਾ। ਮੈਂ ਕਿਹਾ ਨਾਲ ਤਾਂ ਨਹੀਂ, ਤੁਸੀਂ ਜੀਪ ਮੂਹਰੇ ਲਾਓ, ਮੈਂ ਮਗਰੇ ਮੋਟਰਸਾਈਕਲ ਦੱਬੀ ਗਿਆ ਜੀ। ਅਸੀਂ ਹਸਪਤਾਲ ਪਹੁੰਚ ਗਏ। ਹਸਪਤਾਲ ਪਹੁੰਚ ਗਏ ਤੇ ਦਾਨੇਵਾਲੀਆ ਸਾਹਿਬ ਉੱਥੇ ਫਿਰ ਉਹੀ ਸਾਡੇ ਜਿਹੜੇ ਡਾਕਟਰ ਮਿੱਤਰ, ਮੈਂ ਹੁਣ ਇੱਥੇ ਕਿ ਡਾਕਟਰ ਕੀ ਕਰ ਸਕਦਾ ਹੈ। ਡਾਕਟਰ ਮਨਜੀਤ ਹੋਣੀ ਬੈਠੇ ਤੇ ਜਾ ਸਤਿ ਸ਼੍ਰੀ ਅਕਾਲ ਬੁਲਾਈ। ਮੈਂ ਕਿਹਾ ਹਾਂਜੀ। ਮੈਂ ਕਿਹਾ ਬਾਈ ਜੀ ਮੁੰਨੀ ਦੇਵੀ ਦਾ ਮੈਡੀਕਲ ਕਰਵਾਉਣੇ, ਪੁਲਿਸ ਵਾਲੇ ਕਰਵਾਉਣੇ, ਤੇ ਇੰਨੇ ਦਿਨਾਂ 'ਚ ਆਊਗਾ ਕੀ? ਛੱਡ। ਕਹਿੰਦੇ ਯਾਰ ਕਿਉਂ ਨਹੀਂ ਆਊਗਾ, ਅਸੀਂ ਕਾਹਦੀ ਖਤਰ ਬੈਠੇ। ਲੇਡੀ ਡਾਕਟਰ ਇਤਫਾਕੀਆ, ਉਸ ਲੇਡੀ ਡਾਕਟਰ ਦੇ ਹੱਥੋਂ ਮੇਰੇ ਬੇਟੇ ਦਾ ਜਨਮ ਹੋਇਆ ਜੀ। ਬਾਅਦ ਦੀ ਗੱਲ ਹੈ। ਮੈਂ ਉਹ ਲੇਡੀ ਡਾਕਟਰ ਕੋਲੇ ਚਲੇ ਗਏ ਜੀ, ਮੈਨੂੰ ਨਾਲ ਹੀ ਲੈ ਕੇ। ਕਹਿੰਦੇ ਮੈਡਮ ਗੱਲ ਇਹ ਹੈ ਵੀ ਜਾਂ ਤਾਂ ਭਾਈਚਾਰਾ ਛੱਡ ਦੇ ਤੇ ਜਾਂ ਫਿਰ ਜਿਹੜੀ ਡਾਕਟਰਾਂ ਦੀ ਬੇਇੱਜ਼ਤੀ ਕੀਤੀ ਹੈ ਨਾ ਥਾਣੇਦਾਰ ਨੇ, ਆ ਰੰਗ ਦਿਖਾ ਦੇ। ਉਹਦੇ ਵੀਰ ਜੀ ਕੋਈ ਗੱਲ ਨਹੀਂ, ਮੈਂ ਠੀਕ ਕਰੂੰਗੀ ਜੋ ਕੁਛ ਕਰੂੰਗੀ। ਲਓ ਜੀ, ਦਾਨੇਵਾਲੀਆ ਸਾਹਿਬ ਫਿਰ ਜਿਹੜਾ ਮੈਡੀਕਲ ਦਿੱਤਾ ਉਹਨਾਂ ਨੇ, ਡਾਕਟਰ ਸਾਹਿਬਾਂ ਨੇ, ਉਹਨੇ ਦਿੱਤਾ ਕਿ ਨਾਲ ਉਹਨੇ ਓਪੀਨੀਅਨ ਦਿੱਤੀ ਆਪਦੀ ਕਿ ਜੇ ਔਰਤ ਤੇ ਮਰਦ ਦੇ ਸਰੀਰਕ ਜਿਹੜੇ ਸੰਬੰਧ ਬਣਦੇ ਹੈ ਜੀ, ਕੰਸੈਂਟ ਹੋਵੇ ਦੋਨਾਂ ਤਰ੍ਹਾਂ ਦੀ, ਤਾਂ ਫਿਰ ਇੱਕ ਵਿਸ਼ੇਸ਼ ਕਿਸਮ ਦਾ ਤਰਲ ਔਰਤ ਦੇ ਅੰਦਰੋਂ ਆਉਂਦਾ ਤੇ ਉਹਦੇ ਨਾਲ ਮਤਲਬ ਹੈ ਕਿਸੇ ਕਿਸਮ ਇੰਜਰੀ ਨਹੀਂ ਹੁੰਦੀ। ਜੇ ਮਤਲਬ ਜ਼ਿਆਦਤੀ ਹੁੰਦੀ ਹੈ ਔਰਤ ਦੇ ਨਾਲ ਤੇ ਫਿਰ ਇੰਜਰੀ ਹੁੰਦੀ ਹੈ। ਅੱਜ ਜਦੋਂ ਮੈਡੀਕਲ ਕੀਤਾ ਤਾਂ ਮੈਂ ਦੇਖਿਆ ਅੰਦਰਲੇ ਪਾਸੇ ਇਹਦੇ ਖਰੀੜ ਆਏ ਹੋਏ ਹੈ ਜੀ। ਇਟ ਮੀਨਸ ਕਿ ਇਹਦੇ ਨਾਲ ਜਿਹੜੀ ਹੈਗੀ ਜ਼ਬਰਦਸਤੀ ਹੋਈ ਹੈ। ਇਹ ਮੈਡੀਕਲ ਦੇਤਾ ਜੀ। ਗਵਾਹੀਆਂ ਸ਼ੁਰੂ ਹੋ ਗਈਆਂ, ਕੇਸ ਲੱਗ ਗਿਆ। ਭਗਤ ਰਾਮ ਅੰਦਰ ਚਲਾ ਗਿਆ। ਅੰਦਰ ਜਾਣ ਤੋਂ ਬਾਅਦ ਮੇਰੇ ਤੇ ਬੜਾ ਪ੍ਰੈਸ਼ਰ ਪਿਆ ਜੀ, ਗਵਾਹੀ ਆਹ ਨਾ ਕਰੋ ਜੀ, ਤੁਸੀਂ ਰਾਜੀਨਾਮਾ ਕਰਵਾ ਦਿਓ, ਜੋ ਕਰਾ ਦਿਓ, ਬਾਹ ਕਰਾ ਦਿਓ। ਨਹੀਂ ਜੀ, ਅਲਟੀਮੇਟਲੀ ਫੈਸਲੇ ਦੀ ਘੜੀ ਆ ਗਈ। ਗੁਰਦਿਆਲ ਸਿੰਘ ਹੁੰਦੇ ਸੀ ਐਡੀਸ਼ਨਲ ਸੈਸ਼ਨ ਜੱਜ ਜੀ। ਗੁਰਦਿਆਲ ਸਿੰਘ ਦੀ ਅਦਾਲਤ ਦੇ ਵਿੱਚ ਅਸੀਂ ਗਏ ਦੁਪਹਿਰੇ, ਤੇ ਜਾਂਦਿਆਂ ਸਰ ਲੰਚ ਟਾਈਮ ਤੋਂ ਬਾਅਦ ਐ ਜੇ ਝਾਕ ਕੇ ਗੁਰਦਿਆਲ ਸਿੰਘ ਨੇ PN ਨੂੰ ਕਿਹਾ ਵੀ IPC ਲਿਆ ਚੱਕ ਕੇ, ਕਿਤਾਬ ਹੁੰਦੀ ਹੈ ਇੰਡੀਅਨ ਪੈਨਲ ਕੋਡ। ਤੇ ਮੈਂ ਬੇਜੀ ਕਨੀ ਝਾਕਿਆ, ਸਾਡੀਆਂ ਅੱਖਾਂ ਮਿਲੀਆਂ ਦੋਨਾਂ ਦੀਆਂ। ਸਾਡਾ ਤਾਂ ਜੀ ਨਾਲ ਦੀ ਨਾਲ ਹੀ ਰੰਗ ਚਿਹਰੇ ਦਾ ਹੋ ਗਿਆ ਲਾਲ, ਤੇ ਭਗਤ ਰਾਮ ਨਾਲ ਦੀ ਨਾਲ ਫਿੱਕਾ ਪੈ ਗਿਆ।
ਭਗਤ ਰਾਮ ਤੇ ਮਿੱਠੂ ਸਿੰਘ ਫਿਰ ਦੋਨਾਂ ਨੂੰ ਜੀ ਲਾਈਫ ਇੰਪ੍ਰਿਜ਼ਨਮੈਂਟ ਹੋਈ, ਉਮਰ ਕੈਦ। ਬਾਅਦ ਦੇ ਵਿੱਚ ਪੁਲਿਸ ਨੇ ਫਿਰ ਕੀ ਕੀਤਾ ਵੀ ਉਮਰ ਕੈਦ ਹੁਣ ਕੱਟੂਗਾ ਕਿਵੇਂ ਬੰਦਾ। ਉਹਨਾਂ ਨੇ ਫਿਰ ਇਹ ਬਣਾਇਆ ਕਿ ਗਵਾਹੀ, ਪੁਰਾਣੇ ਕੇਸ ਜਿਹੜੇ ਸੀ ਉਹਨਾਂ ਦੀਆਂ ਗਵਾਹਾਂ ਵਾਸਤੇ ਆਉਣਾ ਹੁੰਦਾ ਹੈ, ਇੱਥੇ ਗਵਾਹੀ ਚ ਲਿਆਂਦਾ, ਬਖਸ਼ੀਖਾਨੇ ਲਿਆ ਕੇ ਬਿਠਾਤਾ। ਜਦੋਂ ਗਵਾਹੀ ਵਗੈਰਾ ਹੋ ਗਈ, ਜੋ ਪਲੈਨਿੰਗ ਬਣਾਈ ਸੀ ਪੁਲਿਸ ਨੇ, ਕਹਿੰਦੇ ਜੀ, ਉਹ ਕਹਿੰਦਾ ਜੀ ਮੇਰੀ ਘੜੀ ਦਿੱਤੀ ਹੋਈ ਸੀਗੀ ਮੈਂ ਰਿਪੇਅਰ ਕਰਨ ਵਾਸਤੇ ਤੇ ਘੜੀ ਲਿਆਉਣੀ ਹੈ। ਸਿਪਾਹੀ ਨਾਲ ਭੇਜਤਾ ਇੱਕ। ਸਿਪਾਹੀ ਨੂੰ ਤਾਂ ਵਿਚਾਰੇ ਨੂੰ ਕੀ ਪਤਾ, ਉਹਨੇ ਸਿਪਾਹੀ ਨੂੰ ਕਹਿੰਦਾ ਬੀਅਰ ਬੂਰ ਪੀਣੀ ਹੈ? ਉਹ ਕਹਿੰਦਾ ਜੀ ਪੀ ਲੈਣੇ ਆਪਾਂ, ਕਹਿੰਦਾ ਬੈਠ ਕੇ ਬੀਅਰ ਪੀ ਲਈਏ। ਸਬੀਨਾ ਹੋਟਲ ਹੁੰਦਾ ਸੀ ਉੱਥੇ ਸਟੇਸ਼ਨ ਕੋਲ, ਸਬੀਨਾ ਕੋਲੇ ਬਹਿ ਗਏ ਜੀ, ਲੈ ਕੇ ਯਾਰ ਵੀ ਤੂੰ ਬੀਅਰ ਨਹੀਂ, ਫਿਰ ਤੂੰ ਤਾਂ ਬਿਸਕੀ ਪੀ ਲਾ। ਉਹਨੂੰ ਵਧੀਆ ਲੈਤਾ, ਆਪ ਉਹਨੇ ਇੱਕ ਥੋੜੀ ਜਿਹੀ ਬੀਅਰ ਦੀ ਲਾ ਲਈ। ਮਿੱਠੂ ਸਾਹਿਬ ਕਹਿੰਦਾ ਆਪਣਾ ਸਿਪਾਹੀ ਸਾਹਿਬ ਨੂੰ ਕਹਿੰਦਾ ਸਿਪਾਹੀ ਸਾਹਿਬ ਕਹਿੰਦਾ ਫਿਰ ਮੈਂ ਆਪਦੀ ਘੜੀ ਲੈ ਆਵਾਂ। ਉਹਨੂੰ ਜੇ ਥੋੜਾ ਜਿਹਾ ਨਸ਼ਾ ਹੋ ਗਿਆ, ਜਨਾਬ ਲੈ ਆਓ। ਤੇ ਜਨਾਬ ਨੇ ਫਿਰ ਕਾਹਨੂੰ ਆਉਣਾ ਸੀ? ਜਨਾਬ ਦਾ ਜਿਹੜਾ ਪ੍ਰਬੰਧ ਕੀਤਾ ਸੀ ਉਹ ਤੋਂ ਲੈ ਕੇ ਅੱਜ ਤੱਕ ਭਗਤ ਰਾਮ ਦਾ ਪਤਾ ਨਹੀਂ ਕਿੱਥੇ। ਅੱਛਾ ਜੀ, ਨਾ ਭੱਜ ਗਿਆ। ਬੜੀ ਤਕੜੀ ਚੀਜ਼ ਹੈ, ਬਹੁਤ ਤਕੜੀ ਚੀਜ਼ ਹੈ। ਫਿਲਮ ਬਣ ਸਕਦੀ ਹੈ, ਜ਼ਿੰਦਗੀ ਦੀਆਂ ਕਈ ਘਟਨਾਵਾਂ ਆਉਂਦੀਆਂ। ਮੇਰੇ ਰਾਤ ਯਾਦ ਆਈ ਜਦੋਂ ਕੱਲ ਮੈਂ ਦੇਖਿਆ ਵੀ ਡਾਕਟਰ ਟਰੇਜ਼ੇ ਤੇ ਡਾਕਟਰ ਗੁਰਮੇਲ ਨਾਲ ਕੀ ਹੋ ਰਿਹਾ। ਮੈਂ ਰਾਤ ਹੀ ਡਿਸਾਈਡ ਕੀਤਾ ਸੀ ਕਿ ਕੱਲ ਹੋਰ ਕੋਈ ਪ੍ਰੋਗਰਾਮ ਨਹੀਂ ਕਰਨਾ, ਸਿਰਫ ਇਹੀ ਕਰਾਂਗੇ। ਹੁਣ ਇਹਦਾ ਕੀ ਨਤੀਜਾ ਹੋਏ? ਮੈਂ ਇੱਕ ਗੱਲ ਕਹਿਣੀ ਚਾਹੂੰਗਾ ਸਰਦਾਰ ਬਲਬੀਰ ਸਿੰਘ ਸਿੱਧੂ ਨੂੰ, ਕਿਉਂਕਿ ਜਿਹੜੀ ਟਰਾਂਸਫਰ ਹੋਈ ਹੈ, ਟਰਾਂਸਫਰ ਹੈਲਥ ਸੈਕਟਰੀ ਨੇ ਕੀਤੀ ਹੈ। ਹੁਕਮ ਕਿਹਦਾ ਹੋਇਆ? ਉਹ ਸਰਦਾਰ ਬਲਬੀਰ ਸਿੰਘ ਸਿੱਧੂ ਦਾ, ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਉਹਨਾਂ ਦਾ ਹੋਇਆ। ਲਓ ਜੀ ਸਰਦਾਰ ਬਲਬੀਰ ਸਿੰਘ ਜੀ, ਪਹਿਲਾਂ ਤਾਂ ਸੁਣ ਲਓ ਤੁਸੀਂ, ਤੁਹਾਡੇ ਨਾਲ ਕੀ ਹੋਣਾ। ਚੰਡੀਗੜ੍ਹ ਦੇ ਵਿੱਚ PGI ਹੈ, ਚੰਡੀਗੜ੍ਹ ਦੇ ਵਿੱਚ ਸੈਕਟਰ 16 ਦਾ ਸਿਵਲ ਹਸਪੀਟਲ ਹੈ, ਚੰਡੀਗੜ੍ਹ ਦੇ ਵਿੱਚ ਮੈਡੀਕਲ ਕਾਲਜ ਹੈ, ਤੇ ਕਿੰਨੇ ਜਿਹੜੇ ਹੈਗੇ ਆ ਨਿੱਕੀਆਂ ਨਿੱਕੀਆਂ ਡਿਸਪੈਂਸਰੀਆਂ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਆਲੇ ਦੁਆਲੇ ਹੈ। ਮੋਹਾਲੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੈਂਟਰ ਹੈ, ਔਰ ਚੰਡੀਗੜ੍ਹ ਦੇ ਵਿੱਚ ਜਿਹੜੇ ਡਾਕਟਰ ਤਾਇਨਾਤ ਹੈ, ਉਹਨਾਂ ਡਾਕਟਰਾਂ ਦੇ ਵਿੱਚੋਂ ਜ਼ਿਆਦਾਤਰ ਡਾਕਟਰ ਮੇਰੇ ਖਿਆਲ ਮੁਤਾਬਕ ਦੇ ਕੋਲੇ ਆਪਦੇ ਪੰਜਾਬ ਕੱਟਰ ਦੇ ਮੋਹਾਲੀ 'ਚ ਹੀ ਰਹਿੰਦੇ ਹੈ। ਤੇ ਸਰਦਾਰ ਬਲਬੀਰ ਸਿੰਘ ਜੀ, ਤੁਸੀਂ ਲੜਨੀ ਹੈ ਚੋਣ। ਜਿਵੇਂ ਉਸ ਇੱਕ ਡਾਕਟਰ ਨੇ ਜੱਜ ਸਾਹਿਬ ਨੂੰ ਪੜ੍ਹਨੇ ਪਾਇਆ ਸੀ ਕਿ ਉਹ ਬੰਦਾ ਪਾਗਲ ਬੈਠਾ ਹੈ ਉਸ ਕੁਰਸੀ ਦੇ ਉੱਤੇ, ਉਹਦੇ ਨਾਲ ਉਹ ਹੋਈ ਸੀ। ਤੇ ਜਿਵੇਂ ਭਗਤ ਰਾਮ ਨਾਲ ਹੋਈ ਹੈ, ਇਹ ਡਾਕਟਰ ਉਹ ਕੁਝ ਕਰ ਸਕਦੇ। ਇਹ ਤਾਂ ਨਹੀਂ ਮੈਂ ਕਹਿੰਦਾ ਵੀ ਤੁਹਾਨੂੰ ਕੈਦ ਕਰਵਾ ਦੇਣਗੇ ਜਾਂ ਤੁਹਾਡੀ ਮਤਲਬ ਜਿਹੜੀ ਹੈਗੀ ਉਹ ਉਸ ਤਰ੍ਹਾਂ ਦੀ ਬਣ ਜਾਣਗੇ, ਲੇਕਿਨ ਇਸ ਭਾਈਚਾਰੇ ਨੇ ਫੈਸਲਾ ਕਰ ਲਿਆ ਤੇ ਤੁਹਾਡੇ ਮਹੀਨੇ ਤਾਂ ਰਹਿ ਗਏ 7-8, 4 ਹੀ ਕਹਿੰਦਾ, 4 ਹੀ ਰਹਿ ਗਏ। 4 ਮਹੀਨਿਆਂ ਦੇ ਵਿੱਚ ਤੁਹਾਡੇ ਖਿਲਾਫ ਇਹ ਐਡਾ ਵੱਡਾ ਵਾਤਾਵਰਨ ਬਣਾ ਦੇਣਗੇ ਕਿ ਤੁਹਾਨੂੰ ਮੋਹਾਲੀ ਤੋਂ ਜਿਤਨਾ ਮੁਸ਼ਕਿਲ ਹੋ ਜਾਣੀ। ਰਹੀ ਗੱਲ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ, ਜੀ ਮਨਪ੍ਰੀਤ ਸਿੰਘ ਬਾਦਲ ਪੜ੍ਹਿਆ ਲਿਖਿਆ, ਮੈਨੂੰ ਉਹਦੇ ਨਾਲ ਹਮਦਰਦੀ ਵੀ ਹੈ ਕਿ ਬੰਦਾ ਗੱਲ ਚੰਗੀ ਹੈ, ਪਰ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਹਰ ਬਸ਼ਰ ਜਿਹੜਾ ਉਹ ਗਿੱਦੜਬਾਹ ਦਾ ਵਸਨੀਕ ਨਹੀਂ ਹੋ ਸਕਦਾ। ਇਹ ਗਿੱਦੜਬਾਹ ਨਹੀਂ, ਇਹ ਬਠਿੰਡਾ ਹੈ, ਤੇ ਬਠਿੰਡਾ ਪੋਲੀਟੀਕਲ ਰਾਜਧਾਨੀ ਹੈ, ਤੁਹਾਡੀ ਵੀ ਰਾਜਧਾਨੀ ਹੈ ਬਾਦਲ ਪਰਿਵਾਰ ਦੀ, ਤੇ ਪ੍ਰਕਾਸ਼ ਸਿੰਘ ਬਾਦਲ ਦੀ ਵੀ ਰਾਜਧਾਨੀ ਹੈ। ਮੋਰ ਓਵਰ ਇਹ 1995 ਤੋਂ ਲੈ ਕੇ 2007-8 ਤੋਂ 12 ਤੋਂ ਪਹਿਲਾਂ ਵਾਲਾ ਟਾਈਮ ਨਹੀਂ ਰਿਹਾ। ਟਾਈਮ ਹੁਣ ਬਹੁਤ ਬਦਲ ਗਿਆ, ਦੁਨੀਆ ਬੜੀ ਸੁਚੇਤ ਹੋ ਗਈ। ਇਹਦਾ ਖਮਿਆਜਾ ਤੁਹਾਨੂੰ ਵੀ ਭੁਗਤਣਾ ਪੈਣਾ, ਕਿਉਂਕਿ ਕਨਸਟੀਟਿਊਸ਼ਨ ਨੇ ਜਿਹੜਾ ਰਾਈਟ ਦਿੱਤਾ ਲੋਕਾਂ ਨੂੰ ਕਿ ਤੁਸੀਂ ਪ੍ਰੋਟੈਸਟ ਕਰ ਸਕਦੇ, ਉਹ ਆਪਣਾ ਪ੍ਰੋਟੈਸਟ ਕਰਦੇ। ਉਹਨਾਂ ਦੇ ਪ੍ਰੋਟੈਸਟ ਦਾ ਢੰਗ ਤਰੀਕਾ ਹੋ ਸਕਦਾ ਹੈ। ਤੁਹਾਨੂੰ ਜੇ ਕੋਈ ਇਤਰਾਜ਼ ਸੀ, ਤੁਸੀਂ ਉਹਨਾਂ ਨੂੰ ਟੈਲੀਫੋਨ ਤੇ ਬੁਲਾ ਕੇ ਕਹਿ ਸਕਦੇ ਸੀ ਕਿ ਗੁਰਮੇਲ ਭਾਈ, ਜਿਹੜਾ ਤੁਸੀਂ ਆਹ ਕੁਛ ਕੀਤਾ, ਤੁਹਾਡੀ ਜਥੇਬੰਦੀ ਨਹੀਂ ਕੀਤਾ, ਠੀਕ ਨਹੀਂ ਕੀਤਾ। ਤੁਸੀਂ ਉਹਨੂੰ ਕਹਿੰਦੇ, ਮੇਰਾ ਖਿਆਲ ਹੈ ਵੀ ਉਹ ਬੰਦਾ ਇੰਨਾ ਕੁ ਉਹ ਮਤਲਬ ਜਿਹੜਾ ਹੈਗਾ ਸਿਵਲਾਈਜ਼ਡ ਹੈ, ਉਹ ਕਹਿੰਦਾ ਸਰ ਸੌਰੀ ਮੈਥੋਂ ਮਤਲਬ ਇਮੋਸ਼ਨਸ 'ਚ ਆ ਕੇ ਜਜ਼ਬਾਤ ਦੇ ਵਿੱਚ ਮੈਂ ਆ ਗਿਆ। ਪਰ ਜਿਵੇਂ ਤੁਸੀਂ ਉਹਨੂੰ ਸਜ਼ਾ ਦਿੱਤੀ ਹੈ, ਤੇ ਉਹ ਸਜ਼ਾ ਦੇਣ ਦਾ ਨਤੀਜਾ ਕੀ ਹੋਇਆ ਕਿ ਅੱਜ ਟੋਟਲ ਪੰਜਾਬ ਦਾ ਜਿਹੜੇ ਡਾਕਟਰ ਹੈਗੇ ਉਹ ਹੈ, ਨਾ ਸਿਰਫ ਉਹ ਡਾਕਟਰ, ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੇ ਹੈਗੇ ਆ ਵੈਟਰਨਰੀ ਡਾਕਟਰ ਵੀ ਆ ਗਏ। ਅੱਛਾ ਜੀ। ਉਹਨਾਂ ਦੀ ਹਮਾਇਤ ਦੇ ਵਿੱਚ ਰੂਰਲ ਡਾਕਟਰ ਵੀ ਆ ਗਏ, ਸਾਰੇ ਆ ਗਏ। ਸਾਰਾ ਮਤਲਬ ਹੈਲਥ ਡਿਪਾਰਟਮੈਂਟ ਜਿਹੜਾ ਹੈਗਾ, ਰੂਰਲ ਵੈਟਰਨਰੀ ਡਿਪਾਰਟਮੈਂਟ ਆ ਗਿਆ, ਹੈਲਥ ਆ ਗਿਆ, ਰੂਰਲ ਹੈਲਥ ਮਿਸ਼ਨ ਆ ਗਿਆ, ਸਾਰੇ ਆ ਗਏ। ਔਰ ਕੱਲ ਤੱਕ ਪਰਸੋਂ ਤੱਕ ਮੇਰਾ ਖਿਆਲ ਮੁਤਾਬਕ ਹੈ ਵੀ ਸਥਿਤੀ ਇਹ ਵੀ ਬਣ ਸਕਦੀ ਹੈ ਕਿ ਇਹਦੇ ਤੇ ਅਸਤੀਫੇ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿਣਾ ਚਾਹੂੰਗਾ ਕਿ ਅਮਰਿੰਦਰ ਸਿੰਘ ਜੀ, ਸੁਰਮਾ ਸਿੱਧੂ ਵਾਲਾ ਨਹੀਂ ਨਿਕਲਿਆ ਹਾਲੇ, ਅਜੇ ਤੱਕ ਬੇਅਦਬੀ ਤੋਂ ਬਾਅਦ ਦੀਆਂ ਘਟਨਾਵਾਂ, ਜਿਹੜਾ ਚੰਡੀਗੜ੍ਹ ਵਾਲਾ ਉਹ ਨਹੀਂ ਨਿਕਲਿਆ ਅਜੇ ਤੱਕ। ਜਿਹੜਾ ਚਿੱਠੀਆਂ ਲਿਖੀ ਜਾਂਦਾ ਲਾਡੀ, ਉਹਨਾਂ ਦਾ ਸਾਰਾ ਕੁਝ ਪਿਆ। ਤੇ ਕਿਰਪਾ ਕਰਕੇ ਤੁਸੀਂ ਆਪਣੀ ਪਰਜਾ ਨੂੰ, ਮੈਂ ਤਾਂ ਮਹਾਰਾਜਾ ਹੀ ਕਹੂੰ, ਮਹਾਰਾਜੇ ਦੇ ਸਾਹਮਣੇ, ਕਿਉਂਕਿ ਪਰਜਾ ਹੈ, ਇਹ ਪਰਜਾ ਜਿਹੜੀ ਹੈ ਨਾ, ਪਰਜਾ ਬੜਾ ਕੁਛ ਹੁੰਦੀ ਹੈ ਜੀ। ਹੁਣ ਜਿਹੜੇ ਹੈਗੇ ਆ, ਜਿਹੜੇ ਰਾਜ ਭਗ ਕਰਨ ਵਾਲੇ ਰਾਜੇ ਹੈ, ਇਹ ਜਿਹੜੇ ਹੈਗੇ ਆ EVM ਚੋਂ ਨਿਕਲਦੇ ਹੈ ਜੀ। ਤੇ ਪਰ ਜਦੋਂ ਪਰਜਾ ਆ ਜਾਏ ਨਾ, ਤੇ ਉਹ EVM ਦਾ ਕੁਛ ਦੀ ਕੁਛ ਕਰ ਦਿੰਦੀ ਹੈ। ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਹੈ। ਘੱਟੋ ਘੱਟ ਤੁਸੀਂ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨੂੰ ਇੰਨਾ ਕੁ ਤਾਂ ਸਮਝਾ ਦਿਓ ਕਿ ਯਾਰ ਚੋਣਾਂ ਉੱਤੇ ਆ ਗਈਆਂ,
ਵਾਸਤਾ ਰੱਬ ਦਾ ਤੁਸੀਂ ਹੁਣ ਤਾਂ ਯਾਰ ਲੋਕਤੰਤਰ ਦੀ ਕੋਈ ਤੰਤਰ ਦੀ ਗੱਲ ਕਰ ਲਓ, ਕਦਰ ਕਰੋ, ਕਦਰ ਕਰ ਲਓ, ਲੋਕਤੰਤਰ ਦੀ ਕਦਰ ਕਰ ਲਓ। ਇਹ ਜਿਹੜਾ ਕਨਸਟੀਟਿਊਸ਼ਨ ਸਾਨੂੰ ਮਿਲਿਆ ਹੈ, ਜਿਹੜਾ ਇਹ ਮੁਲਕ ਆਜ਼ਾਦ ਹੋਇਆ, ਇਸ ਮੁਲਕ ਦੀਆਂ ਨੀਹਾਂ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰਾਂ ਲੋਕਾਂ ਦੀ ਮਿੰਜ ਪਈ ਹੈ, ਬਿਲਕੁਲ, ਕਿੰਨਿਆਂ ਦਾ ਖੂਨ ਪਿਆ ਹੈ। ਇਹ ਸਾਨੂੰ ਰਾਈਟ ਮਿਲਿਆ, ਉਹਦਾ ਕਰਕੇ ਰਾਈਟ ਮਿਲਿਆ। ਕਿਰਪਾ ਕਰਕੇ ਤੁਸੀਂ ਤਰਸ ਕਰੋ, ਧੱਜੀਆਂ ਨਾ ਉਡਾਓ ਲੋਕਤੰਤਰ ਦੀਆਂ। ਇਹੀ ਕਾਰਨ ਹੈ ਦਾਨੇਵਾਲੀਆ ਸਾਹਿਬ ਕਿ ਅੱਜ ਹਰ ਇੱਕ ਬੰਦਾ ਵੀ ਤੂੰ ਗੁਰਮੇਲ, ਮੈਂ ਗੁਰਮੇਲ, ਗੁਰਮੇਲ ਤੇ ਗੁਰਮੇਲ ਹੋ ਰਹੀ ਹੈ ਸਾਰੇ ਪਾਸੇ। ਬਿਲਕੁਲ ਹੀ ਬੜਾ ਮਾਮਲਾ ਕਰਦੇ ਆ। ਤੇ ਉਧਰ ਟਕਸਾਲੀ ਆਗੂ ਕਾਂਗਰਸੀ ਜਿਹੜੇ ਉਹਨਾਂ ਨੇ ਵੀ ਕੈਪਟਨ ਕੋਲੇ ਆਪਦੇ ਦੁਖੜੇ ਫਰੋਲੇ ਆ ਜੀ। ਬਿਲਕੁਲ, ਕੱਲ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਟਕਸਾਲੀ ਆਗੂ ਬੁਲਾਏ ਸੀ, ਉਹਦੇ ਵਿੱਚ 5-6 ਵਜ਼ੀਰ ਵੀ ਸੀਗੇ ਜੀ, ਖਜ਼ਾਨਾ ਮੰਤਰੀ ਵੀ ਸੀਗੇ ਤੇ ਲੋਕਲ ਬਾਡੀਜ਼ ਮੰਤਰੀ ਵੀ ਸੀਗੇ। ਲੇਕਿਨ ਜ਼ਿਆਦਾਤਰ ਜਿਹੜੇ ਲੋਕ ਬੁਲਾਏ ਆ ਉਹ ਸ਼ਹਿਰੀ ਸੀ। ਖਾਸ ਕਰਕੇ ਜੇ ਅਸੀਂ ਕਹਿ ਦਈਏ ਤਾਂ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸੀ ਜੀ। ਮੈਂ ਅੱਜ ਇੱਕ ਲੀਡਰ ਨੂੰ ਮਿਲ ਕੇ ਵੀ ਆਇਆ ਜਿਹੜਾ ਗਿਆ ਸੀ। ਉਹਨਾਂ ਨੇ ਪਹਿਲਾਂ ਤਾਂ ਧੰਨਵਾਦ ਕੀਤਾ ਵੀ ਧੰਨਵਾਦ ਮਹਾਰਾਜ ਸਾਹਿਬ ਜੀ, ਤੁਸੀਂ ਸਾਨੂੰ ਯਾਦ ਕੀਤਾ ਤੇ ਅਸੀਂ ਆ ਗਏ। ਫਿਰ ਉਹਨਾਂ ਨੇ ਆਪਣੇ ਦੁਖੜੇ ਰੋਏ ਜੀ ਕਿ ਜੀ ਅਸੀਂ ਜਿਹੜੇ ਹੈਗੇ ਆ ਸ਼ਹਿਰੀ ਲੋਕ ਆ, ਸਾਨੂੰ ਤਾਂ ਸਾਡੀ ਕੋਈ ਸੁਣਦਾ ਤੇ ਨਾ ਕਰਦਾ ਜੀ। ਇੱਕ ਲੀਡਰ ਨੇ ਤਾਂ ਇੱਥੋਂ ਤੱਕ ਗੱਲ ਕਹਿ ਦਿੱਤੀ, ਕਹਿੰਦਾ ਜੀ ਗੱਲ ਇਹ ਕਿ ਤੁਸੀਂ ਕਾਂਗਰਸ ਪਾਰਟੀ ਦੇ ਵਰਕਰ ਤਾਂ ਸੱਦ ਲਏ, ਵਰਕਰਾਂ ਦੇ ਪੱਲੇ ਕੀ ਹੈ? ਹਰ ਥਾਂ ਦੇ ਉੱਤੇ ਜਿੱਥੇ MLA ਬਣਦਾ ਹੈ ਜੀ, MLA ਨਹੀਂ ਬਲਾਕ ਪ੍ਰਧਾਨ ਬਣਾਉਣਾ, MLA ਨਹੀਂ ਜ਼ਿਲ੍ਹੇ ਲਈ ਡੈਲੀਗੇਟ ਬਣਾਉਣਾ, ਜਿਹੜਾ ਪਾਵਰਫੁਲ MLA ਹੈ ਉਹ ਜ਼ਿਲ੍ਹਾ ਪ੍ਰਧਾਨ ਆਪਦਾ ਬਣਾ ਲੈਂਦਾ ਜੀ, ਸਟੇਟ ਲਈ ਉਹ ਬਣਾ ਲੈਂਦਾ। ਸਾਰੇ ਅਫਸਰ MLA ਦੇ ਰਿਸ਼ਤੇਦਾਰਾਂ ਦੇ, MLA ਦੇ ਅਮਲੇ ਦੀ ਗੱਲ ਸੁਣਦੇ ਹੈ। ਤੇ ਜਿਹੜੇ ਅਸੀਂ 30 40 50 ਸਾਲ ਦੇ ਸਾਨੂੰ ਤੁਰੇ ਫਿਰਦੇ ਆ, ਜਿਹੜੇ ਫਰੀਡਮ ਫਾਈਟਰ ਪਰਿਵਾਰਾਂ ਨਾਲ ਤਾਂ ਪੁੱਛਦੇ ਕੋਈ ਨਹੀਂ। ਇਹ ਬੜਾ ਵੈਸੇ ਗਲਤ, ਦੋਨਾਂ ਪਾਰਟੀਆਂ 'ਚ ਇਹੀ ਹਾਲ ਹੀ ਹੋ ਗਿਆ ਜੀ। ਚਲੋ ਜਿਹੜਾ ਬੰਦਾ ਹਾਰ ਜਾਂਦਾ ਉਹ ਹਲਕਿਆਂ 'ਚ ਆ ਰਿਹਾ। ਉਹ ਪਾਰਟੀ ਤਾਂ ਚਲੋ ਹੈ ਨਾ ਇੱਕ ਪਰਿਵਾਰਕ ਪਾਰਟੀ ਹੈ। ਕਾਂਗਰਸ ਪਾਰਟੀ ਤਾਂ ਪਰਿਵਾਰਕ ਨਹੀਂ ਨਾ ਹੈ, ਨੈਸ਼ਨਲ। ਇੱਥੇ ਤਾਂ ਹਰ ਬੰਦੇ ਦਾ ਨੈਸ਼ਨਲ ਪਾਰਟੀ ਹੈ। ਇਸ ਨੈਸ਼ਨਲ ਪਾਰਟੀ ਦੇ ਵਿੱਚ ਦਾਨੇਵਾਲੀਆ ਸਾਹਿਬ ਮੈਂ ਜਾਣਦਾ, ਮੈਂ ਦੇਖਿਆ, ਮੈਂ ਆਪਣੀਆਂ ਅੱਖਾਂ ਦੇ ਨਾਲ 1980 ਦੇ ਵਿੱਚ ਜਦੋਂ 1978 'ਚ ਜੀ 77-78 ਦੇ ਵਿੱਚ ਜਦੋਂ ਐਮਰਜੈਂਸੀ ਤੋਂ ਬਾਅਦ ਚੋਣਾਂ ਹੋਈਆਂ, ਉਹਨਾਂ ਚੋਣਾਂ ਦੇ ਵਿੱਚ ਮੁਰਾਰਜੀ ਦੇਸਾਈ ਬਣ ਗਿਆ ਸੀ ਪ੍ਰਧਾਨ ਮੰਤਰੀ ਜੀ। ਮੁਰਾਰਜੀ ਦੇਸਾਈ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਇੱਕ ਵਾਰੀ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਹੋਈ ਸੀ ਤੇ ਸਾਰੇ ਭਾਰਤ ਦੇ ਵਿੱਚ ਕਾਂਗਰਸੀਆਂ ਨੇ ਸੱਤਿਆਗ੍ਰਹਿ ਕੀਤਾ ਸੀ। ਉਸ ਵੇਲੇ ਮੈਂ ਸਟੂਡੈਂਟ ਹੁੰਦਾ ਸੀ ਜੀ, ਅਸੀਂ ਵੀ ਜੋ ਸੱਤਿਆਗ੍ਰਹਿ ਕਰਦੇ ਹੁੰਦੇ ਨੇ ਤੇ ਕਾਂਗਰਸੀਆਂ ਨੂੰ ਦੇਖਣ ਵਾਸਤੇ ਆਉਂਦੇ। ਆਖਰੀ ਦਿਨ ਜਦੋਂ ਸੱਤਿਆਗ੍ਰਹੀ ਆਏ ਤੇ ਦੋ ਬੰਦੇ ਸੀ ਉਹਨਾਂ 'ਚ ਜੀ, ਇੱਕ ਤਾਂ ਹੁੰਦਾ ਸੀ ਅਸ਼ੋਕ ਪ੍ਰੈਸ ਵਾਲਾ, ਬਲੈਤੀ ਰਾਮ ਦਾ ਮੁੰਡਾ ਹੁੰਦਾ ਸੀ ਜੀ, ਬੜਾ ਲੰਬਾ ਉੱਚਾ ਬੰਦਾ, ਕਦ ਮੈਂ ਇਹਨੂੰ ਮਿਲਿਆ ਨਹੀਂ, ਪਤਾ ਨਹੀਂ ਵਿਚਾਰਾ ਹੈਗਾ ਕਿ ਹੈ ਨਹੀਂ ਇਸ ਦੁਨੀਆ 'ਚ। ਦੂਜਾ ਹੁੰਦਾ ਸੀ KK ਅਗਰਵਾਲ ਜੀ, ਜਿਹੜਾ ਹੁਣ ਜਿਹੜੇ ਇੰਪਰੂਵਮੈਂਟ ਰਸਤਾ ਜੀ। ਇਹ ਦੋ ਬੰਦੇ ਸੀ। ਇਹਨਾਂ ਦੋ ਬੰਦਿਆਂ ਫੜੇ ਤਾਂ ਬਹੁਤ ਸਾਰੇ ਸੀ, ਲੇਕਿਨ ਕਿਉਂਕਿ ਇਹ ਦੋਨੇ ਜਣੇ ਵਰਕਰਾਂ ਨੂੰ ਤੋਰਦੇ ਹੁੰਦੇ ਸੀ ਡੇਲੀ, ਇਹਨਾਂ ਨੂੰ ਫੜ ਕੇ CIA ਲਿਜਾਇਆ ਗਿਆ। CIA ਲਿਜਾ ਕੇ ਇਹਨਾਂ ਦੇ ਘੋਟੇ ਲਾਏ ਗਏ। ਇਹਨਾਂ ਦੀ ਮਤਲਬ ਬੁਰੀ ਹਾਲਤ ਕਰਤੀ ਸੀ, ਇੰਨੇ ਜ਼ਿਆਦਾ ਟੌਰਚਰ ਕੀਤੇ ਸੀ ਜੀ। ਅਦਾਲਤ ਦੇ ਵਿੱਚ ਲక్ష్ਮੀ ਨਾਰਾਇਣ ਗੋਇਲ ਹੁੰਦਾ ਕਾਂਗਰਸੀ, ਇੱਕ ਜਦੋਂ ਅਦਾਲਤ 'ਚ ਪੇਸ਼ ਕੀਤਾ, ਉਹਨੇ ਕਿਹਾ ਜੀ ਇਹਨਾਂ ਦਾ ਮੈਡੀਕਲ ਕਰਵਾਓ, ਸਾਡੇ ਬੰਦੇ ਕੁੱਟੇ ਹੈ। ਅਦਾਲਤ ਨੇ ਹੁਕਮ ਕਰਤਾ ਵੀ ਮੈਡੀਕਲ ਕਰਵਾਓ। ਬੱਸ ਦੇ ਵਿੱਚ ਬਿਠਾਇਆ ਵਾ, ਅਸੀਂ ਇਹ ਕੋਲੇ ਖੜੋਤੇ ਹਾਂ। ਤੇ ਜਦੋਂ ਉਹਨਾਂ ਨੇ ਕਿਹਾ ਵੀ ਤੁਹਾਡਾ ਮੈਡੀਕਲ ਕਰਵਾਉਣਾ ਹੈ, ਤੇ ਇੰਸਪੈਕਟਰ CIA ਹੁੰਦਾ ਉਹਨਾਂ ਦਿਨਾਂ ਦੇ ਵਿੱਚ ਹਰਨੇਕ ਸਿੰਘ ਜੀ, ਉਹ ਕਹਿੰਦਾ ਲਾਲਾ ਕਰਵਾਓ ਮੈਡੀਕਲ, ਇੱਥੋਂ CIA ਫੇਰ ਜਾਊਂ, ਫੇਰ ਕਰੂੰ ਮੈਡੀਕਲ। ਮਤਲਬ ਮੈਡੀਕਲ ਨਹੀਂ ਹੋਣ ਦਿੱਤਾ ਸੀ, ਵਿਲਿੰਗਲੀ ਲਿਖਾ ਲਿਆ ਕਿ ਅਸੀਂ ਮੈਡੀਕਲ ਨਹੀਂ ਹੋਣ। ਤੇ ਬੰਦੇ ਕਈ ਮਹੀਨੇ ਜੇਲ੍ਹਾਂ 'ਚ ਰਹੇ ਸੀ। ਹੁਣ ਕਿੱਥੇ ਉਹ ਬੰਦੇ ਤੇ ਕਿੱਥੇ ਮਤਲਬ ਵੀ ਕੋਈ ਰਿਸ਼ਤੇਦਾਰ ਆ ਕੇ ਕਹਦੇ ਨਹੀਂ ਜੀ ਇਹ ਤਾਂ ਫਿਰ ਤੁਸੀਂ ਰਹਿਣ ਦਿਓ ਜੀ, ਰਹਿਣ ਦਿਓ। ਇਸ ਕਿਸਮ ਦੀ ਜਿਹੜੀ ਸਥਿਤੀ ਹੈ, ਕੱਲ ਉਹ ਉਹਨਾਂ ਨੇ ਆਪਣੇ ਦੁਖੜੇ ਰੋਏ ਕੈਪਟਨ ਅਮਰਿੰਦਰ ਸਿੰਘ ਕੋਲੇ, ਔਰ ਨਾਲ ਉਹਨਾਂ ਨੇ ਗੱਲ ਕਹੀ ਕਿ 40% ਦੀ ਹਿੰਦੂ ਆਬਾਦੀ ਹੈ। ਪਿਛਲੇ ਸਮੇਂ 'ਚ ਹੋ ਕੀ ਰਿਹਾ ਕਿ ਤੁਸੀਂ ਜਿਹੜੀਆਂ ਸਾਰੀਆਂ ਸ਼ਹਿਰੀ ਸੀਟਾਂ ਉੱਥੋਂ ਤੁਸੀਂ ਸਿੱਖ ਲਿਆਉਣੇ ਸ਼ੁਰੂ ਕਰਤੇ। ਉਹਨਾਂ ਨੇ 3 ਸੀਟਾਂ ਦਾ ਨਾਂ ਲਿਆ, ਜੇ ਟ੍ਰਿਬਿਊਨ 'ਚ ਖਬਰ ਲੱਗੀ ਵੀ ਹੈ ਜੀ ਕਿ ਗੁਰਦਾਸਪੁਰ ਜਿਹੜੀ ਸ਼ਹਿਰੀ ਸੀਟ ਸੀ, ਜਿੱਥੇ ਹਮੇਸ਼ਾ ਹਿੰਦੂ ਇਲੈਕਸ਼ਨ ਲੜਦਾ ਹੁੰਦਾ ਸੀ, ਉੱਥੇ ਤੁਸੀਂ ਸਿੱਖ ਨੂੰ ਖੜਾ ਕਰਤਾ। ਮੋਗਾ ਜਿਹੜੀ ਹਮੇਸ਼ਾ ਹਿੰਦੂਆਂ ਦੀ ਸੀਟ ਸੀ, ਉੱਥੇ ਤੁਸੀਂ ਖੜਾ ਕਰਤਾ। ਬਠਿੰਡਾ ਕਦੇ ਇੱਥੇ ਹੋਏ ਨਹੀਂ, ਉਹ ਤੁਸੀਂ ਖੜੇ ਕਰਤਾ। ਸਾਡੀ ਦੱਸੋ ਹੁਣ, ਸਾਨੂੰ ਤੁਸੀਂ ਬੁਲਾ ਲਿਆ 4.5 ਸਾਲਾਂ ਬਾਅਦ, ਅਸੀਂ ਹੁਣ ਆ ਕੇ ਤੁਹਾਡਾ ਕਰਾਂਗੇ ਕੀ? ਉਹਨਾਂ ਨੇ ਆ ਕੇ ਆਪਣੇ ਦੁੱਖ ਸੁੱਖ ਰੋਏ ਔਰ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਿ ਹਾਂ ਭਾਈ ਅਸੀਂ ਤੁਹਾਡਾ ਖਿਆਲ ਕਰਾਂਗੇ। ਅੱਜ ਖੈਰ ਮੈਂ ਜਿਹੜੇ 1-2 ਬੰਦਿਆਂ ਨੂੰ ਮਿਲੇ ਆ ਜਿਹੜੇ ਗਏ ਸੀ, ਉਹਨਾਂ ਦੇ ਵਿੱਚ ਉਹਨਾਂ ਨੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਹ ਕਹਿੰਦੇ ਵੀ ਸਾਨੂੰ ਇੰਨਾ ਕਹੇਗਾ ਕਿ ਕੱਲ ਸਾਡੀ ਕੱਲੀ ਗੱਲ ਨੋਟ ਕੀਤੀ ਹੈ, ਉੱਥੇ ਉਹਨਾਂ ਨੇ ਸਟਾਫ ਵੀ ਬੁਆਇਆ ਸੀ। ਉਮੀਦ ਹੈ ਕਿ ਉਹਦੇ ਤੇ ਅਸਰ ਵੀ ਹੋਊਗਾ ਜੀ। ਤੇ ਢਿੱਲੋਂ ਸਾਹਿਬ, BJP ਵਰਕਰਾਂ ਦਾ ਕਹਿੰਦੇ ਥਾਂ ਤੇ ਘਰਾਓ ਹੋ ਰਿਹਾ, ਤੇ ਇੱਕ BJP ਲੀਡਰ ਜਿਹੜਾ ਬਾਹਲਾ ਬੋਲਦਾ, ਕਹਿੰਦੇ ਧਨੌਲੇ ਕਹਿੰਦੇ ਉਹਦੇ ਹੱਥਾਂ ਨਾਲ ਹੀ ਕਿਸਾਨਾਂ ਨੇ ਲਾਈ ਝੋਨਾ ਹੀ ਪੱਟਤਾ। ਇੱਕ ਤਾਂ ਜਿਹੜਾ ਨਾ ਇੱਧਰ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੱਲ ਗਏ ਸੀਗੇ ਜਿਹੜੇ ਇਹਨਾਂ ਦੇ ਅਸ਼ਵਨੀ ਕੁਮਾਰ ਸ਼ਰਮਾ ਹੈ ਜੀ, ਨੀਮ ਪਹਾੜੀ ਪਿੰਡਾ ਵੀਣੇਵਾਲ, ਉੱਥੇ ਗਏ ਸੀ ਜੀ। ਤੇ ਕਿਸਾਨਾਂ ਨੂੰ ਪਤਾ ਲੱਗ ਗਿਆ ਤੇ ਕਿਸਾਨਾਂ ਨੇ ਆ ਕੇ ਘੇਰ ਲਿਆ ਜੀ।
ਘੇਰਨ ਤੋਂ ਬਾਅਦ ਫਿਰ ਪੁਲਿਸ ਆਈ ਜੀ, ਪੁਲਿਸ ਨੇ ਬੜੀ ਮੁਸ਼ੱਕਤ ਦੇ ਨਾਲ ਉਹਨੂੰ ਉੱਥੋਂ ਕੱਢਿਆ ਤੇ ਉੱਥੋਂ ਫਿਰ ਲੈ ਕੇ ਗਈ ਜੀ। ਇੱਦਾਂ ਹੀ ਜੇ ਅਸੀਂ ਦੇਖੀਏ ਤਾਂ ਇੱਕ ਜਿਹੜਾ ਹੈ ਜੀ ਸ਼ੇਰਪੁਰ ਕਸਬਾ, ਅੱਜ ਕੱਲ੍ਹ ਉਹ ਮਲੇਰਕੋਟਲੇ ਜ਼ਿਲ੍ਹੇ 'ਚ ਪੈਂਦਾ ਹੈ ਜੀ। ਉੱਥੇ ਦਾ ਪਿੰਡ ਹੈ ਈਸਾਪੁਰ ਲੰਡਾ ਹੈਗਾ ਜੀ। ਈਸਾਪੁਰ ਲੰਡੇ ਦੇ ਖੂਹ ਦੇ ਵਿੱਚ 2 ਗਊਆਂ ਡਿੱਗ ਪਈਆਂ ਐਕਸੀਡੈਂਟਲੀ, ਮਤਲਬ ਖੇਤਾਂ ਖੂਤਾਂ ਦੇ ਵਿੱਚ ਫਿਰਦੀਆਂ। ਜਦੋਂ ਪਤਾ ਲੱਗਿਆ ਪਿੰਡਾਂ ਵਾਲਿਆਂ ਨੂੰ ਵੀ ਤੇ ਉਹਨਾਂ ਨੇ ਵਿਚਾਰਿਆਂ ਨੇ ਕੱਢਣੀਆਂ ਸ਼ੁਰੂ ਕਰਤੀਆਂ, ਕੋਸ਼ਿਸ਼ ਕਾਫੀ ਕਰਨ ਲੱਗੇ ਜੀ। ਤੇ ਫਿਰ ਜੀ ਮਤਲਬ ਮਲੇਰਕੋਟਲੇ ਤੋਂ ਪਹੁੰਚ ਕੇ ਬੀਜੇਪੀ ਦੇ ਤੇ ਬਜਰੰਗ ਦਲ ਦੇ ਲੀਡਰ 3-4 ਜਾਣੇ, ਉਹਨਾਂ ਨੇ ਜਾ ਕੇ ਉੱਥੇ ਮਤਲਬ ਧੰਨਵਾਦ ਤਾਂ ਕੀ ਕਰਨਾ ਸੀ ਕਿਸਾਨਾਂ ਦਾ ਵੀ, ਚੰਗਾ ਭਾਈ ਤੁਸੀਂ ਇਹਨਾਂ ਨੂੰ ਕੱਢੀ ਜਾਂਦੇ ਹੋ ਜੀ। ਤੇ ਉੱਥੇ ਜਾ ਕੇ ਉਹਨਾਂ ਨੇ ਧਾਰਮਿਕ ਰੰਗਤ ਦੇਣੀ ਸ਼ੁਰੂ ਕਰਤੀ। ਅੱਛਾ, ਮਤਲਬ ਤੁਸੀਂ ਇਹ ਦੇਖੋ ਵੀ ਕੀ ਹੈ ਕਿ ਦੁਖਾਂਤ ਦੇ ਵਿੱਚੋਂ ਵੀ ਰਾਜਨੀਤੀ ਕਰਦੇ ਆ। ਔਰ ਚਲੋ ਉਹਨਾਂ ਨੇ ਕਿਸਾਨਾਂ ਨੇ ਕੱਢ-ਕੁੱਟ ਕੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਬੈਠੋ ਜੀ ਬਾਊ ਜੀ, ਚਾਹ ਪਾਣੀ ਪਿਆਉਣੀ ਤੁਹਾਨੂੰ। ਉਹ ਤੋਂ ਬਾਅਦ ਜੀ ਉਹਨਾਂ ਨੇ ਫਿਰ ਪਾ ਲਿਆ ਘੇਰਾ, ਰੈਂਗਲ ਕੱਢ ਲਈ। ਰੈਂਗਲ ਕੀ ਕੱਢ ਲਏ ਉਹਨਾਂ ਨੇ, ਫਿਰ ਬੰਦੀ ਬਣਾ ਲਿਆ ਜੀ, ਬਾਲਕ ਜਿਵੇਂ ਕਹਿੰਦੇ ਨੇ ਤੂੜੀ ਵਾਲੇ ਕੋਠੇ 'ਚ ਕਰ ਲਏ ਬੰਦ। ਜਦੋਂ ਬੰਦ ਕਰ ਲਏ ਤੇ ਫਿਰ ਪਤਾ ਲੱਗਿਆ ਜਿਹੜੇ ਤਾਹਾਂ ਬੈਠੇ ਸੀ ਵੀ ਗੱਲ ਤਾਂ ਹੋ ਗਈ। ਫਿਰ ਉਹ ਲਾਗੇ ਟੈਲੀਫੋਨ ਦੀਆਂ ਘੰਟੀਆਂ ਖੜਕਾਉਣ ਡੀਸੀ ਨੂੰ, SSP ਨੂੰ, ਜੀ ਕੁਛ ਕਰੋ ਜੀ ਕਰੋ। ਪੁਲਿਸ ਗਈ ਤੇ ਫਿਰ ਉੱਥੋਂ ਉਹਨਾਂ ਨੂੰ ਛੁਡਵਾ ਕੇ ਲੈ ਕੇ ਆਏ। ਉਹ ਇਹ ਹੋ ਰਹੀ ਹੈ। ਤੇ ਜਿਹੜੀ ਧਨੌਲੇ ਵਾਲੇ ਬੰਦੇ ਦੀ ਤੁਸੀਂ ਗੱਲ ਕਰਦੇ ਹੋ, ਉਹ ਤਾਂ ਕਹਿੰਦੇ ਜੀ ਪੰਜਾਬ ਭਵਨ 'ਚ ਬੈਠਾ 5ਵੀਂ ਮੰਜ਼ਿਲ ਤੇ। ਅੱਛਾ ਜੀ। ਉੱਥੇ ਪੱਤਰਕਾਰਾਂ ਨੂੰ ਸੱਦ ਲੈਂਦਾ ਹੈ। ਉੱਥੇ ਪੱਤਰਕਾਰਾਂ ਨੂੰ ਸੱਦ ਕੇ ਡੇਲੀ ਉਹ ਮਤਲਬ ਹੈ ਜਾਂ ਜਿਹੜੇ TV ਚੈਨਲਾਂ ਨੂੰ ਲੋੜ ਹੁੰਦੀ ਹੈ, ਜਿਹੜੇ ਉਹ ਡਿਬੇਟਾਂ TRP ਕਰਨੀ ਹੁੰਦੀ, ਕੁਝ ਵੀ ਕਰਨਾ ਉਹ ਸੱਦ ਲੈਂਦੇ, ਉਹਦੇ ਨਾਲ ਜੋੜ ਲੈਂਦੇ। ਹੋਰ ਕੁਝ ਨਹੀਂ, ਉਹ ਤੜਕੇ ਤੋਂ ਲੈ ਕੇ ਆਥਣ ਤੱਕ ਉਹਨੇ ਹੋਰ ਕੁਝ ਨਹੀਂ ਕਰਨਾ। ਉਹਨੇ ਸਾਰੀ ਤਾਂ ਕਿਸਾਨ ਲੀਡਰਸ਼ਿਪ ਨੂੰ ਬੁਰਾ ਭਰਾ ਬੋਲਣਾ, ਉਹਨਾਂ ਨੂੰ ਲੁੱਚੇ ਲੰਡੇ ਲਫੰਗੇ ਜੋ ਸ਼ਬਦ ਬੋਲਣਾ, ਅੱਤਵਾਦੀ ਵੱਖਵਾਦੀ, ਇਕੱਲੇ ਬੰਦੇ ਦਾ ਨਾਂ ਲੈ ਕੇ ਵੀ ਬੋਲੀ ਜਾਣਾ, ਉਹ ਗੱਲ ਕਰਨਾ। ਨਾਲ ਧਮਕੀਆਂ ਮਾਰੀ ਜਾਣਾ ਵੀ ਅਸੀਂ ਨਹੀਂ ਡਰਦੇ, ਕਾਨੂੰਨ ਨਹੀਂ ਵਾਪਸ ਹੋ ਸਕਦੇ, ਕਾਨੂੰਨ ਨਹੀਂ ਵਾਪਸ ਹੋ ਸਕਦੇ। ਉਹ ਭੁੱਲ ਗਿਆ, ਆਊਂਗਾ ਤੁਹਾਡੇ ਵਿੱਚ, ਮੈਂ ਆਊਂਗਾ, ਕਰਕੇ ਦੇਖੋ ਮੇਰਾ ਜੋ ਕੁਝ ਕਰਨਾ। ਬੜਾ ਉਡੀਕਦੇ ਰਹੇ ਅੱਕੇ ਹੋਏ ਕਿਸਾਨ। ਹੁਣ ਇਹ ਦੇਖ ਲਏ ਵੀ ਨਰਿੰਦਰ ਮੋਦੀ ਤਾਂ ਸਾਡੀ ਗੱਲ ਹੀ ਨਹੀਂ ਸੁਣਦਾ ਜੀ। ਵਾਰੀ ਜਦੋਂ ਅਸੀਂ ਕਹਿੰਦੇ ਹਾਂ ਵੀ ਹਾਂ ਜੀ ਮੀਟਿੰਗ ਕਰੋ, ਤੇ ਮੀਟਿੰਗ ਵਾਸਤੇ ਨਹੀਂ ਆਉਂਦਾ। ਤੇ ਉਹਨਾਂ ਨੇ ਜੀ ਫਿਰ ਕਹਿੰਦੇ ਅੱਜ ਵੜ ਗਏ ਖੇਤ ਦੇ ਵਿੱਚ ਜਿਹੜਾ ਝੋਨਾ ਜਿਹੜਾ ਲੱਗੇ ਉਹਦੀ ਡੱਕੇ ਜਿਹੇ ਦੀਦੇ ਸੀ। ਉਹ ਆਪਾਂ ਤੁਸੀਂ ਸੁਣਿਆ ਨਾ, ਇੱਥੇ ਆਪਣੇ ਪਿੰਡ ਆ ਭਗਤਾ ਹੈਗਾ ਜੀ, ਹੈਗਾ ਭਗਤੇ ਦੇ ਵਿੱਚ ਇੱਕ ਖੂਹ ਲੱਗਿਆ, ਖੂਹ ਰਾਤੋਂ ਰਾਤ ਲੱਗਿਆ ਸੀ ਖੂਹ। ਤਾਂਗੇ ਭੂਤਾਂ ਵਾਲਾ ਕਹਿੰਦੇ ਲਾਏ ਤਾਂ ਮੇਰੇ ਘਰ ਬੰਦਿਆਂ ਨੇ ਸੀ, ਉਹ ਕਹਿੰਦੇ ਭੂਤਾਂ ਨੇ ਲਾ, ਕਬੂਤਾਂ ਵਰਗੇ ਬੰਦੇ ਹੁੰਦੇ ਸੀ, ਭੂਤਾਂ ਵਰਗੇ ਬੰਦੇ ਸੀ ਯਾਰ। ਰਾਤੇ ਰਾਤ ਜਿਹੜਾ ਖੂਹ ਲੱਗ ਕੇ ਮੈਂ ਭੂਤਾਂ ਲੱਗ ਗਈਆਂ ਰਾਤ। ਤੇ ਉਹ ਹਾਲਤ ਇਹ ਹੋਈ ਹੈ ਜੀ, ਮਤਲਬ ਉਹ ਜਿਹੜਾ ਸੀ ਨਾ ਹਰਜੀਤ ਸਿੰਘ ਗਰੇਵਾਲ, ਉਹਦੇ ਖੇਤ ਦੇ ਵਿੱਚ ਅੱਜ ਭੂਤਾਂ ਵੜ ਗਈਆਂ ਤੇ ਡੱਕੇ ਵੀ ਪੱਟ ਕੇ ਲੈ ਗਏ, ਛੱਡਿਆ ਕੱਖ ਨਹੀਂ ਗਾ। ਚਲੋ, ਤੇ ਕਹਿੰਦੇ ਸ਼ਾਸਕ ਬਦਲ ਦਾ ਅਧਿਕਾਰ ਜਿਹੜਾ ਹੈਗਾ ਉਹ ਤਾਨਾਸ਼ਾਹੀ ਨੂੰ ਰੋਕਣ ਦੀ ਗਾਰੰਟੀ ਨਹੀਂ ਹੈ। ਬਿਲਕੁਲ ਜੀ, ਇਹ ਗੱਲ ਜਿਹੜੀ ਹੈ ਦੇਸ਼ ਦੇ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਹੈ ਜੀ, NV ਰਮੰਨਾ ਸਾਹਿਬ, ਉਹਨਾਂ ਨੇ ਗੱਲ ਕਹੀ ਹੈ ਜੀ। ਦਾਨੀਆਲ ਸਾਹਿਬ ਜਦੋਂ ਰਮੰਨਾ ਸਾਹਿਬ ਦੇਸ਼ ਦੇ ਚੀਫ ਜਸਟਿਸ ਬਣੇ ਹੈ, ਮੈਂ ਉਦੋਂ ਉਹਨਾਂ ਦਾ ਜਿਹੜਾ ਹੈਗਾ ਥੋੜਾ ਜਿਹਾ ਵੇਖ ਕੇ ਅੱਗਾ ਪਿੱਛਾ ਪੜਤਾਲਿਆ ਸੀ, ਤੇ ਮੈਂ ਤੁਹਾਨੂੰ ਉਦੋਂ ਕਿਹਾ ਸੀ ਕਿ ਕਿਸਾਨ ਦਾ ਪੁੱਤ ਵੀ ਕਿਸਾਨ ਦਾ ਪੁੱਤ ਹੈ, ਤੇ ਲੱਗਦਾ ਇਹ ਹੈ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੈ। ਉਦੋਂ ਮੈਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਇੱਕ ਵਾਰੀ ਹੈਦਰਾਬਾਦ ਦੇ ਵਿੱਚ ਜਿਹੜੇ ਵਿਦਿਆਰਥੀ ਸੀ, ਉਹਨਾਂ ਨੇ ਆਤਮ ਹੱਤਿਆਵਾਂ ਸ਼ੁਰੂ ਕਰਤੀਆਂ ਸੀ, ਤੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਇੱਕ ਕਮੇਟੀ ਬਣਾਤੀ ਸੀ, ਤੇ ਉਹਦੀ ਕਮੇਟੀ ਦੀਆਂ ਸਿਫਾਰਿਸ਼ਾਂ ਵੀ ਪ੍ਰਵਾਨ ਕਰਨ ਵਾਸਤੇ ਸਰਕਾਰ ਨੂੰ ਹੁਕਮ ਦਿੱਤਾ ਸੀ। ਮਨੁੱਖੀ ਹੱਕਾਂ ਨੂੰ ਸਮਰਪਿਤ ਹੈ। ਕੱਲ ਉਹਨਾਂ ਨੇ ਜੀ ਇੱਕ ਮਤਲਬ ਜਿਹੜਾ ਸੀਗਾ ਉਹਨਾਂ ਦਾ ਲੈਕਚਰ ਸੀ ਜਸਟਿਸ PD ਦੇਸਾਈ ਮੈਮੋਰੀਅਲ ਟਰਸਟ ਵੱਲੋਂ, ਤੇ ਵਿਸ਼ਾ ਸੀ ਕਾਨੂੰਨ ਦਾ ਰਾਜ ਜੀ। ਉਹਦੇ ਤੇ ਉਹਨਾਂ ਨੇ ਬੋਲਦਾ ਕਿਹਾ ਕਿ ਸਾਡੇ ਦੇਸ਼ ਦੀ ਜਿਹੜੀ ਪ੍ਰਜਾ ਹੈ, ਜਨਤਾ ਹੈ, ਜਨਤਾ ਨੇ 17 ਵਾਰੀ ਆਪਣੇ ਵੋਟ ਦਾ ਇਸਤੇਮਾਲ ਕਰਕੇ ਦੇਸ਼ ਦੇ ਵਿੱਚ ਕੇਂਦਰੀ ਸਰਕਾਰਾਂ ਬਣਾਈਆਂ ਨੇ। ਇਹ ਸਰਕਾਰਾਂ ਜਦੋਂ ਬਣਾਉਣੇ ਆ ਲੋਕ, ਤੇ ਸਰਕਾਰਾਂ ਬਣਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਕਾਨੂੰਨ ਦਾ ਰਾਜ ਬਹਾਲ ਹੋਵੇ। ਪਰ ਉਹ ਕਹਿੰਦੇ ਕੋਈ ਜ਼ਰੂਰੀ ਨਹੀਂ ਕਿ ਲੋਕਤੰਤਰ ਦੇ ਵਿੱਚ ਜੇ ਤੁਸੀਂ ਆਪਣੀ ਵੋਟ ਦਾ ਅਧਿਕਾਰ ਇਸਤੇਮਾਲ ਕਰਕੇ ਸ਼ਾਸਕ ਨੂੰ ਬਦਲ ਦਿੰਦੇ ਹੋ, ਤੇ ਸ਼ਾਸਕ ਦੀ ਕੀ ਹੋ ਸਕਦਾ ਕਿ ਦਮਾ ਜਿਹੜਾ ਆਊਗਾ, ਸ਼ਾਸਕ ਨੂੰ ਜੇ ਤੁਸੀਂ ਬਦਲ ਦਿੰਦੇ ਹੋ ਤਾਂ ਤੁਸੀਂ ਇਹ ਮਤ ਸੋਚੋ ਕਿ ਸ਼ਾਸਕ ਦੇ ਬਦਲਣ ਦੇ ਨਾਲ ਇਸ ਦੇਸ਼ ਦੇ ਵਿੱਚ ਤਾਨਾਸ਼ਾਹੀ ਲਾਗੂ ਨਹੀਂ ਹੋਊਗੀ, ਡਿਕਟੇਟਰਸ਼ਿਪ ਨਹੀਂ ਲਾਗੂ। ਡਿਕਟੇਟਰਸ਼ਿਪ ਫਿਰ ਵੀ ਲਾਗੂ ਹੋ ਸਕਦੀ ਹੈ। ਔਰ ਉਹਨਾਂ ਨੇ ਕਿਹਾ ਕਿ ਜੇ ਡਿਕਟੇਟਰਸ਼ਿਪ ਤੋਂ ਬਚਣਾ ਤਾਂ ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਉਹਨਾਂ ਨੂੰ ਮਜ਼ਬੂਤ ਕਰਨਾ ਪਊ ਜੀ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਜੁਡੀਸ਼ਰੀ ਨੂੰ, ਕਾਰਜਪਾਲਿਕਾ ਜਾਂ ਵਿਧਾਨ ਪਾਲਿਕਾ, ਜੁਡੀਸ਼ਰੀ ਨੂੰ ਪੰਗੂ ਬਣਾਊਗੀ ਜੀ, ਜੁਡੀਸ਼ਰੀ ਦੀਆਂ ਜਿਹੜੀਆਂ ਪਾਵਰਾਂ ਉਹਨਾਂ ਨੂੰ ਕੱਟ ਕਰੂਗੀ, ਤਾਂ ਫਿਰ ਸਮਝ ਲਓ ਵੀ ਜਿਹੜੀ ਹੈ ਲੋਕਤੰਤਰ ਨਹੀਂ ਰਹੂਗਾ ਜੀ, ਲੋਕਤੰਤਰ ਲਈ ਖਤਰਾ ਪੈਦਾ ਹੋ ਜੂ। ਨਾਲ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ, ਕਿਉਂਕਿ ਇਹ ਮੈਸੇਜ ਵੀ ਜੁਡੀਸ਼ਰੀ ਕੋਲੇ ਜਾਂਦਾ ਕਿ ਜੁਡੀਸ਼ਰੀ ਨੂੰ ਵੀ ਜਿਹੜੀ ਹੈਗੀ ਇੱਕ ਕੋਈ ਜੁਡੀਸ਼ਰੀ ਦੇ ਕੋਲ ਇੱਕ ਇੰਡੀਪੈਂਡੈਂਟ ਪਾਵਰ ਹੈ, ਜੁਡੀਸ਼ਰੀ ਨੂੰ ਵੀ ਜਿਹੜੀ ਹੈ ਹਾਕਮਾਂ ਦਾ ਜਿਹੜੀ ਹੈ ਸੱਤਾਧਾਰੀਆਂ ਦੇ ਦਬਾਅ ਥੱਲੇ ਨਹੀਂ ਹੋਣਾ ਚਾਹੀਦਾ। ਅਗਲੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਖਬਰਾਂ ਪ੍ਰਸਾਰਿਤ ਹੁੰਦੀਆਂ,
ਸੋਸ਼ਲ ਮੀਡੀਆ ਨੂੰ ਆਧਾਰ ਬਣਾ ਕੇ ਕਦੇ ਵੀ ਜੱਜਾਂ ਨੂੰ ਆਪਣਾ ਦਿਮਾਗ ਹੈ ਜਿਹੜਾ ਉਹ ਨਹੀਂ ਬਣਾਉਣਾ ਚਾਹੀਦਾ ਜੀ। ਉਹਨਾਂ ਨੂੰ ਚਾਹੀਦਾ ਕਿ ਜੋ ਐਵੀਡੈਂਸ ਹੈ, ਜੋ ਕਾਨੂੰਨ ਹੈ, ਕਾਨੂੰਨ ਦੇ ਮੁਤਾਬਕ ਕੰਮ ਕਰਨ, ਫਿਰ ਜਾ ਕੇ ਮਤਲਬ ਜਿਹੜੀ ਅਸੀਂ ਡੈਮੋਕ੍ਰੇਸੀ ਨੂੰ ਬਚਾ ਸਕਦੇ ਹਾਂ। ਬਹੁਤ ਵੱਡੀ ਗੱਲ ਕਹੀ ਹੈ ਉਹਨਾਂ ਨੇ ਜੀ। ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਫੈਸਲੇ ਆ ਰਹੇ ਹੈ, ਪਹਿਲਾਂ ਤਾਂ ਇਹ ਸੀ ਕਿ ਕੇਂਦਰ ਦੇ ਖਿਲਾਫ ਜੇ ਤੁਸੀਂ ਪਟੀਸ਼ਨ ਪਾ ਦਿੰਦੇ ਉਹਦੀ ਸੁਣਵਾਈ ਨਹੀਂ ਹੁੰਦੀ ਸੀ। ਅਜੇ ਤੱਕ ਬਥੇਰੀਆਂ ਪਟੀਸ਼ਨਾਂ ਪਈਆਂ ਪੁਰਾਣੀਆਂ, ਲੇਕਿਨ ਹੁਣ ਥੋੜ੍ਹਾ ਜਿਹਾ ਇਹ ਪਤਾ ਲੱਗਦਾ ਕਿ ਮਤਲਬ ਜਿਹੜੀ ਜੁਡੀਸ਼ਰੀ ਜਾਗੀ ਹੈ ਤੇ ਉਹ ਇਸ ਕਰਕੇ ਵਿਅਕਤੀਗਤ ਭੂਮਿਕਾ ਹੈ ਜਿਹੜੀ ਜਸਟਿਸ ਰਮਨਾ ਸਾਹਿਬ ਦੀ। ਔਰ ਜੋ ਜਸਟਿਸ ਰਮਨਾ ਸਾਹਿਬ ਨੇ ਗੱਲ ਕਿਹਾ ਕਿ ਤੁਸੀਂ ਵੋਟ ਦੀ ਤਾਕਤ ਨਾਲ ਸ਼ਾਸਕ ਬਦਲ ਸਕਦੇ ਹੋ, ਲੇਕਿਨ ਮਾਨਸਿਕਤਾ ਨਹੀਂ ਬਦਲ ਸਕਦੇ। ਤਾਨਾਸ਼ਾਹੀ ਨੂੰ ਨਹੀਂ ਰੋਕ ਸਕਦੇ। ਤਾਨਾਸ਼ਾਹੀ ਨੂੰ ਰੋਕਣਾ ਤਾਂ ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਹੈ, ਇੰਸਟੀਟਿਊਸ਼ਨਸ, ਉਹਨਾਂ ਦੀ ਜਿਹੜੀ ਹੈਗੀ ਇੰਡੀਪੈਂਡੈਂਸ ਤੇ ਮਜ਼ਬੂਤੀ ਬਹੁਤ ਜ਼ਰੂਰੀ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ। ਤੇ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ।